पंजाब इंडियन कुजीन वालों प्यार भरी सत श्री अकाल। पंजाब इंडियन कुजीन इन मिशिगन USA ਤੁਹਾਡਾ ਆਪਣਾ ਪੰਜਾਬੀ ਢਾਬਾ ਤੁਹਾਡੇ ਕੇਟਰਿੰਗ ਰਿਲੇਟਡ ਸੇਵਾਵਾਂ ਲਈ ਹਮੇਸ਼ਾ ਤਿਆਰ। ਅਸੀਂ ਹਰ ਗੈਦਰਿੰਗ ਲਈ ਚਾਹੇ ਗ੍ਰੈਜੂਏਸ਼ਨ ਪਾਰਟੀ, ਮੈਰਿਜ ਈਵੈਂਟਸ, ਕਾਰਪੋਰੇਟ ਈਵੈਂਟ ਲਈ A1 ਕੇਟਰਿੰਗ ਸਰਵਿਸ ਪ੍ਰੋਵਾਈਡ ਕਰਦੇ ਹਾਂ। ਪੰਜਾਬ ਕੇਟਰਰਸ ਔਨ ਸਾਈਟ ਕੇਟਰਿੰਗ ਜਿਵੇਂ ਕੋਈ ਲਾਈਵ ਛੋਲੇ ਭਟੂਰੇ, पानीपुरी स्टेशन, जलेबी स्टेशन, फ्रैश पकौड़े या फिर ऑन साइट डोसा स्टेशन ਲਈ काफ़ी फेमस है। मज़ेदार ते लाजवाब फूड ਲਈ कॉन्टैक्ट करो मोहित तवन पंजाबी इंडियन कुजीन। फ़ोन नंबर है 6303987355। ਸਫ਼ਰ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਸਾਡੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਇੱਕ ਆਪਣੀ ਨਵੀਂ ਪੇਸ਼ਕਸ਼ ਲੈ ਕੇ ਤੁਹਾਡੇ ਸਾਹਮਣੇ ਰੂਬਰੂ ਹੋਣ ਜਾ ਰਹੇ ਹਾਂ। ਉਡਾਨ ਦੇ ਵਿੱਚ ਜਿਵੇਂ ਕਿ ਅਸੀਂ ਤੁਹਾਨੂੰ ਵਾਅਦਾ ਕੀਤਾ ਸੀ ਕਿ ਅਸੀਂ ਐਵੇਂ ਦੀਆਂ ਸ਼ਖਸੀਅਤਾਂ ਨਾਲ ਤੁਹਾਡਾ ਮੇਲ ਕਰਾਉਂਦੇ ਰਹਾਂਗੇ ਜਿਨ੍ਹਾਂ ਤੋਂ ਕਿ ਅਸੀਂ ਜ਼ਿੰਦਗੀ ਦੇ ਵਿੱਚ ਬਹੁਤ ਪ੍ਰਭਾਵਿਤ ਹੋ ਸਕਦੇ ਹਾਂ। ਸੋ ਇਹ ਜਿਵੇਂ ਅਸੀਂ ਤੁਹਾਨੂੰ ਵਾਅਦਾ ਕੀਤਾ ਸੀ ਕਿ ਇਹ ਵਿਮਨ ਐਮਪਾਵਰਮੈਂਟ 'ਤੇ ਆਪਾਂ ਨੇ ਜ਼ਿਆਦਾ ਫੋਕਸ ਕਰਕੇ ਪ੍ਰੋਗਰਾਮ ਨੂੰ ਚੱਲਣਾ ਹੈ ਤੇ ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਉਹਨਾਂ ਨੂੰ ਗੈਸਟ ਬਣਾ ਕੇ ਲੈ ਕੇ ਆਈਏ ਜਾਂ ਤੇ ਉਹ ਆਪ ਔਰਤਾਂ ਨੇ ਜਾਂ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਜਿੰਨੀਆਂ ਵੀ ਉਹਨਾਂ ਦੇ ਔਰਤਾਂ ਭਾਵੇਂ ਮਾਂ, ਬੇਟੀ, ਭੈਣ ਨੇ ਉਹਨਾਂ ਨੂੰ ਉਹਨਾਂ ਦੇ ਸੁਪਨੇ ਪੂਰੇ ਕਰਨ ਵਿੱਚ ਉਹਨਾਂ ਦੀ ਹੈਲਪ ਕੀਤੀ। ਸੋ ਸਾਡੇ ਅੱਜ ਦੇ ਗੈਸਟ ਨੇ ਜਿਨ੍ਹਾਂ ਦਾ ਨਾਂ ਹੈ ਸਤਿੰਦਰ ਗਿੱਲ। ਵੈਲਕਮ ਜੀ ਸਤਿੰਦਰ ਗਿੱਲ। ਸਤਿ ਸ਼੍ਰੀ ਅਕਾਲ ਜੀ। ਹਰ ਇੱਕ ਉਡਾਨ ਇੱਕ ਬਚਪਨ ਤੋਂ ਇੱਕ ਸੁਪਨੇ ਤੋਂ ਸ਼ੁਰੂ ਹੁੰਦੀ ਹੈ। ਸੋ ਸਤਿੰਦਰ ਅਸੀਂ ਥੋੜਾ ਬਹੁਤਾ ਤੁਹਾਡੇ ਬਚਪਨ ਬਾਰੇ ਪਹਿਲਾਂ ਜਾਣਨਾ ਚਾਹਾਂਗੇ। ਹਾਂਜੀ, ਮੇਰਾ ਜਨਮ ਇੰਡੀਆ ਹੋਇਆ ਸੀ। ਮੇਰਾ ਪਟਿਆਲੇ ਦਾ ਜਨਮ ਹੈ। ਆਈ ਵਾਜ਼ ਬੋਰਨ ਇਨ ਮੇਰੇ ਫਾਦਰ ਆਰਮੀ 'ਚ ਸੀਗੇ ਤੇ ਮੇਰੇ ਫਾਦਰ ਨੇ ਪ੍ਰੀਮੈਚੁਰ ਰਿਟਾਇਰਮੈਂਟ ਲੈ ਲਈ ਸੀ ਬਟ ਹੀ ਰਿਟਾਇਰਡ ਐਜ਼ ਅ ਕਰਨਲ। ਤੇ ਸਾਡੀ ਪਰਵਰਿਸ਼ ਅਲੱਗ-ਅਲੱਗ ਜਗ੍ਹਾ ਤੇ ਹੋਈ ਤੇ ਆਰਮੀ 'ਚ ਰਹਿਣ ਕਰਕੇ ਅਸੀਂ ਇੱਕ ਜਗ੍ਹਾ ਤੇ ਕਿਸੇ ਵੀ ਜਗ੍ਹਾ ਤੇ ਅਸੀਂ 2 ਸਾਲ ਤੋਂ 2-3 ਸਾਲ ਤੋਂ ਵੱਧ ਨਹੀਂ ਸੀ ਰਹਿੰਦੇ। ਉਹਦੇ ਨਾਲ ਇੱਕ ਬਹੁਤ ਇਨਰਿਚਿੰਗ ਐਕਸਪੀਰੀਅੰਸ ਰਿਹਾ ਤੇ ਬਹੁਤ ਕੁਝ ਸਿੱਖਣ ਨੂੰ ਮਿਲਿਆ। ਤੇ ਆਈ ਥਿੰਕ ਜਦੋਂ ਹੁਣ ਮੈਂ ਅੱਜ ਸੋਚਦੀ ਹਾਂ ਪਿੱਛੇ ਮੁੜ ਕੇ ਤਾਂ ਮੈਨੂੰ ਲੱਗਦਾ ਹੈ ਕਿ ਉਹਦੇ 'ਚ ਇੱਕ ਬਹੁਤ ਵੱਡਾ ਹੱਥ ਹੈ। ਜਿੱਥੇ ਅੱਜ ਅਸੀਂ ਬੈਠੇ ਹਾਂ, ਜੋ ਵੀ ਅਸੀਂ ਕਰ ਰਹੇ ਹਾਂ, ਤਾਂ ਉਹਦੇ 'ਚ ਇਸ ਚੀਜ਼ ਦਾ ਬਹੁਤ ਵੱਡਾ ਯੋਗਦਾਨ ਹੈ। ਹਾਂਜੀ, ਜਿਵੇਂ ਕਿ ਆਪਾਂ ਗੱਲ ਕਰਦੇ ਹਾਂ ਜਦੋਂ ਜਿਹੜੇ ਮਿਲਟਰੀ ਪੇਸ਼ਾ ਲੋਕ ਨੇ ਉਹ ਆਪਾਂ ਨੂੰ ਸਿਵਿਲੀਅਨਸ ਕਹਿੰਦੇ ਨੇ ਹਨਾ ਤੇ ਜਿਹੜੇ ਸਿਵਿਲੀਅਨਸ ਹੁੰਦੇ ਨੇ ਉਹ ਕਹਿੰਦੇ ਨੇ ਵੀ ਫੌਜੀ ਫੈਮਿਲੀ ਆ ਗਈ। ਪਰ ਦੇਰ ਇਜ਼ ਅ ਕਲਚਰ ਜਿਹੜਾ ਕਿ ਮਿਲਟਰੀ ਦੇ ਵਿੱਚ ਹੁੰਦਾ ਹੈ ਕਿ ਆਪਣੇ ਆਪ ਦੇ ਵਿੱਚ ਬਹੁਤ ਹੀ ਖੂਬਸੂਰਤ ਹੁੰਦਾ ਜਿਹਦੇ ਵਿੱਚ ਕਿ ਵਿਮਨ ਬੱਚਿਆਂ ਨੂੰ ਪੜ੍ਹਾਈ ਨੂੰ ਅਨੁਸ਼ਾਸਨ ਨੂੰ ਲੈ ਕੇ ਬੜੀਆਂ ਹੀ ਚੀਜ਼ਾਂ ਦੇਖੀਆਂ ਜਾਂਦੀਆਂ ਨੇ। ਸੋ ਸਾਡੇ ਨਾਲ ਥੋੜਾ ਜਿਹਾ ਸ਼ੇਅਰ ਕਰੋ ਕਿ ਮਿਲਟਰੀ ਕਲਚਰ ਕਿਵੇਂ ਦਾ ਹੁੰਦਾ ਹੈ। ਹਾਂਜੀ, ਆਰਮੀ 'ਚ ਹੁੰਦਾ ਹੈ ਕਿ ਤਾਂ ਅਸੀਂ ਆਪਣੇ ਹੀ ਇੱਕ ਛੋਟੇ ਜਿਹੇ ਆਪਣੇ ਹੀ ਦੁਨੀਆ 'ਚ ਰਹਿੰਦੇ ਹਾਂ। ਸਾਨੂੰ ਬਾਹਰਲੀ ਦੁਨੀਆ ਦਾ ਬਹੁਤ ਜ਼ਿਆਦਾ ਨਹੀਂ ਪਤਾ ਹੁੰਦਾ। ਬੱਚੇ ਕਿਉਂਕਿ ਇੱਕ ਸਕੂਲ ਤੋਂ ਦੂਸਰੇ ਸਕੂਲ ਜਦੋਂ ਫਾਦਰ ਦੀ ਪੋਸਟਿੰਗ ਹੁੰਦੀ ਹੈ ਤੇ ਨਾਲ ਹੀ ਬੱਚਿਆਂ ਦੇ ਵੀ ਸਕੂਲ ਬਦਲ ਜਾਂਦੇ ਨੇ। ਬੱਚਿਆਂ ਨੂੰ ਅਡਾਪਟ ਕਰਨਾ ਆ ਜਾਂਦਾ ਹੈ ਕਿਉਂਕਿ ਤੁਸੀਂ ਨਵੀਂ ਸਿਚੁਏਸ਼ਨ 'ਚ ਤੁਸੀਂ ਅਡਾਪਟ ਕਰਦੇ ਹੋ। ਹਰ ਜਗ੍ਹਾ ਤੁਸੀਂ ਜਾਣਾ ਹੈ, ਤੁਸੀਂ ਨਵੇਂ ਫਰੈਂਡਸ ਬਣਾਉਣੇ ਨੇ। ਤੁਹਾਨੂੰ ਘਰ 'ਚ ਬਹੁਤ ਤਰ੍ਹਾਂ ਦੀ ਹੈਲਪ ਹੁੰਦੀ ਹੈ, ਬਹੁਤ ਕੁਛ। ਆਈ ਥਿੰਕ ਉਹਨਾਂ ਦਾ ਆਪਣਾ ਇੱਕ ਬੜਾ ਪ੍ਰਿਵਿਲੇਜਡ ਜਿਹਾ ਲਾਈਫ ਸਟਾਈਲ ਹੁੰਦਾ। ਉਹਦੇ ਨਾਲ ਕੀ ਹੁੰਦਾ ਹੈ ਕਿ ਇੱਕ ਹੋਰ ਚੀਜ਼ ਜਿਹੜੀ ਮੈਨੂੰ ਬਹੁਤ ਸਟਰਾਈਕਿੰਗ ਲੱਗਦੀ ਹੈ ਆਰਮੀ ਲਾਈਫ ਦੀ, ਉਹ ਇਹ ਹੈਗੀ ਹੈ ਕਿ ਔਰਤਾਂ ਦੀ ਰਿਸਪੈਕਟ ਕਰਦੇ ਨੇ, ਜਿਹੜੀ ਕਿ ਹੁਣ ਆਪਣੇ ਸੋਸਾਇਟੀ 'ਚ ਮੈਨੂੰ ਲੱਗਦਾ ਹੈ ਕਿ ਕਿਸੇ ਹੱਦ ਤੱਕ ਖਤਮ ਹੁੰਦੀ ਜਾ ਰਹੀ ਹੈ। ਹਾਂਜੀ, ਜਿਵੇਂ ਕਿ ਤੁਸੀਂ ਟੱਚ ਕੀਤਾ ਕਿ ਔਰਤਾਂ ਦੀ, ਕਿਉਂਕਿ ਸਾਡਾ ਇਹ ਪ੍ਰੋਗਰਾਮ ਔਰਤਾਂ ਤੇ ਹੀ ਜ਼ਿਆਦਾ ਬੇਸਡ ਹੈਗਾ ਤੇ ਮੈਨੂੰ ਬਹੁਤ ਅੱਛਾ ਲੱਗਦਾ ਹੈ ਜਦੋਂ ਮੈਂ ਤੇ ਸਤਿੰਦਰ ਬੈਠ ਕੇ ਇਸ ਪ੍ਰੋਗਰਾਮ ਦੀ ਰੂਪਰੇਖਾ ਤਿਆਰ ਕਰ ਰਹੇ ਸੀ ਤੇ ਅਸੀਂ ਬੜਾ ਹਾਸੇ ਵੀ ਇੱਕ ਗੱਲ ਯਾਦ ਕਰਕੇ, ਜਿਵੇਂ ਇਹਨਾਂ ਨੇ ਕਿਹਾ ਕਿ ਮਿਲਟਰੀ ਦੇ ਵਿੱਚ ਆਰਮੀ ਕਲਚਰ ਦੇ ਵਿੱਚ ਔਰਤਾਂ ਦੀ ਬਹੁਤ ਇੱਜ਼ਤ ਹੁੰਦੀ ਹੈ। ਪਰ ਇੱਕ ਵਾਰੀ ਮੈਂ ਆਪਣਾ ਇੱਕ ਐਕਸਪੀਰੀਅੰਸ ਸ਼ੇਅਰ ਕਰਨਾ ਚਾਹਾਂਗੀ। ਈਵਨ ਮਾਈ ਹਸਬੈਂਡ ਇਜ਼ ਵੈਰੀ ਜੈਂਟਲਮੈਨ ਆਪਾਂ ਕਹਿ ਸਕਦੇ ਹਾਂ। ਅਸੀਂ ਨਾ ਇੱਕ ਸ਼ੋਅ ਦੇਖਣ ਗਏ ਤੇ ਉਹਦੇ ਤੋਂ ਬਾਅਦ ਅਸੀਂ ਬਾਹਰ ਤੁਰੇ ਜਾ ਰਹੇ ਸੀ ਸਾਰੇ ਫੈਮਲੀਜ਼, ਜਿਵੇਂ 8-10 ਜਣੇ ਸੀਗੇ ਤੇ ਆਈ ਐਮ ਸੋ ਯੂਜ਼ਡ ਟੂ ਵੀ ਮੇਰੇ ਹਸਬੈਂਡ
ਹੁੰਦੇ ਨੇ ਉਹ ਡੋਰ ਫੜ ਲੈਂਦੇ ਨੇ, ਨਾਲ ਜਿੰਨੀਆਂ ਵੀ ਲੇਡੀਜ਼ ਹੁੰਦੀਆਂ ਨੇ ਉਹ ਲੰਘ ਜਾਂਦੀਆਂ ਨੇ। ਮੈਂ ਉਹਨਾਂ ਕਿਸੇ ਦੇ ਨਾਲ ਗੱਲ ਕਰ ਰਹੀ ਸੀ ਤੇ ਮੇਰਾ ਮੂੰਹ ਉਹਨਾਂ ਵੱਲ ਸੀ ਤੇ ਡੋਰ ਆਲਮੋਸਟ ਆ ਕੇ ਮੇਰੇ ਮੂੰਹ ਤੇ ਵੱਜਾ। ਜਦੋਂ ਮੈਂ ਅੱਗੇ ਦੇਖਿਆ ਤੇ ਮੈਂ ਐਵੇਂ ਸ਼ੌਕ ਹੋ ਗਈ। ਤੇ ਉਹ ਨਾਲ ਜਿਹੜੇ ਲੇਡੀ ਸੀ ਉਹ ਕਹਿੰਦੇ, ਉਹਨਾਂ ਨੂੰ ਬੜੀ ਸ਼ਰਮ ਆਈ, ਉਹ ਕਹਿੰਦੇ ਮੇਰੇ ਹਸਬੈਂਡ ਸੀਗੇ। ਤੇ ਫਿਰ ਥੋੜੀ ਦੇਰ ਬਾਅਦ ਉਹ ਅਸੀਂ ਜਦੋਂ ਬਾਹਰ ਨਿਕਲੇ ਤੇ ਬਾਹਰ ਬੜੀ ਬਾਰਿਸ਼ ਹੋ ਰਹੀ ਸੀ ਤੇ ਮੇਰੇ ਹਸਬੈਂਡ ਨੇ ਐਜ਼ ਕਟ ਸੀ ਮੈਨੂੰ ਕਿਹਾ ਤੁਸੀਂ ਇੱਥੇ ਖੜੋ ਤੇ ਮੈਂ ਕਾਰ ਲੈ ਆਣਾ। ਤੇ ਉਹ ਜਾਣ ਲੱਗੇ, ਮੈਂ ਕਿਹਾ ਤੁਸੀਂ ਵੀ ਖੜ ਜਾਓ ਇੱਥੇ ਵੀ ਤੁਹਾਡੇ ਹਸਬੈਂਡ ਲੈਂਦੇ ਨੇ। ਨਹੀਂ, ਉਹ ਭਿੱਜਦੇ ਹੋਏ ਨਾਲ ਲੈ ਕੇ ਚਲੇ ਗਏ। ਬਟ ਉਹ ਕਹਿੰਦੇ ਨਹੀਂ ਨਹੀਂ ਅਸੀਂ ਨਾਲ ਜਾਂਦੇ ਹਾਂ। ਕਹਿੰਦੇ ਤੁਸੀਂ ਵੀ ਆ ਜਾਓ। ਮੈਂ ਕਿਹਾ ਨੋ, ਆਈ ਐਮ ਮੈਰਿਡ ਟੂ ਅ ਜੈਂਟਲਮੈਨ। ਤੋ ਆਈ ਸਟੂਡ ਦੇयर ਐਂਡ ਮਾਈ ਹਸਬੈਂਡ ਬ੍ਰੌਟ ਦ ਕਾਰ। ਸੋ ਇਹ ਕਲਚਰ ਆਮ ਕਰਕੇ ਆਰਮੀ ਦੇ ਵਿੱਚ ਜ਼ਿਆਦਾ ਦੇਖਿਆ ਜਾਂਦਾ ਹੈ ਨਾ। ਹਾਂ, ਬਟ ਇਹ ਬੜੀ ਹੀ ਅੱਛੀ ਚੀਜ਼ ਹੈ, ਇੱਕ ਔਰਤਾਂ ਨੂੰ ਬੜਾ ਅੱਛਾ ਫੀਲ ਕਰਾਉਂਦੀ। ਭਾਵੇਂ ਤੁਹਾਡੀ ਮਾਂ ਹੈ, ਭਾਵੇਂ ਭੈਣ ਹੈ, ਭਾਵੇਂ ਬੇਟੀ ਹੈ, ਜਾਂ ਕੋਈ ਰਸਤੇ 'ਚ ਜਾਂਦਾ ਵੀ ਕੋਈ ਔਰਤ ਖੜੀ, ਉਹਦੇ ਲਈ ਡੋਰ ਹੋਲਡ ਕਰਨਾ ਇੱਕ ਇਟਸ ਅ ਨਾਈਸ ਕਲਚਰ ਹੈ ਨਾ। ਤੇ ਠੀਕ ਹੈ, ਉਸ ਤੋਂ ਬਾਅਦ ਫਿਰ ਤੁਸੀਂ ਕਾਲਜ ਦੇ ਵਿੱਚ, ਕਿਉਂਕਿ ਤੁਹਾਡੇ ਫਾਦਰ ਨੇ ਪ੍ਰੀਮੈਚੁਰ ਰਿਟਾਇਰਮੈਂਟ ਲੈ ਲਈ ਫਿਰ? ਮੇਰੇ ਫਾਦਰ ਦੀ ਫਰਸਟ ਤੇ ਲਾਸਟ ਪੋਸਟਿੰਗ ਪੰਜਾਬ ਦੀ ਬਠਿੰਡੇ ਹੋਈ ਸੀਗੀ ਤੇ ਉੱਥੇ ਮੈਂ ਆਪਣਾ ਹਾਈ ਸਕੂਲ ਕੰਪਲੀਟ ਕੀਤਾ। ਹਾਈ ਸਕੂਲ ਕੰਪਲੀਟ ਕਰਕੇ ਫਿਰ ਸੈਟਲ ਆ ਕੇ ਪਟਿਆਲੇ ਹੋ ਗਏ ਸੀ, ਬਿਕਾਜ਼ ਮੇਰੇ ਫਾਦਰ ਦਾ ਪਿੰਡ ਪਟਿਆਲੇ ਤੋਂ ਬਹੁਤ ਨਜ਼ਦੀਕ ਹੈਗਾ। ਐਂਡ ਉੱਥੇ ਜਦੋਂ ਉਹਨਾਂ ਨੇ ਆਪਣਾ ਘਰ ਬਣਾ ਲਿਆ ਤੇ ਅਸੀਂ ਉੱਥੇ ਸੈਟਲ ਹੋ ਗਏ। ਸੋ ਮੈਂ ਆਪਣੀ ਬੈਚਲਰਸ ਪਟਿਆਲੇ ਤੋਂ ਹੀ ਕੀਤੀ ਹੈ ਤੇ ਫਿਰ ਮੈਂ ਆਪਣੀ ਮਾਸਟਰਸ ਕਰਨ ਚੰਡੀਗੜ੍ਹ ਚਲੀ ਗਈ ਸੀ। ਹਾਂਜੀ, ਚੰਡੀਗੜ੍ਹ, ਇਹ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਦੇ ਵਿੱਚ ਹਾਂਜੀ ਇਹਨਾਂ ਨੇ ਆਪਣੀ ਐਮਏ ਇੰਗਲਿਸ਼ ਕੀਤੀ ਹੈ, ਮਾਸਟਰਸ ਇਨ ਇੰਗਲਿਸ਼ ਲਿਟਰੇਚਰ ਮੈਂ ਪੰਜਾਬ ਯੂਨੀਵਰਸਿਟੀ ਤੋਂ ਕੀਤੀ ਹੈ। ਤੇ ਉਹ ਵੀ ਇੱਕ ਬਹੁਤ ਵਧੀਆ ਐਕਸਪੀਰੀਅੰਸ ਸੀਗਾ ਤੇ ਜਿਹਦੇ ਚ ਕਿ ਮੈਨੂੰ ਇੱਕ ਘਰ ਚ ਵੀ ਮਾਹੌਲ ਸੀਗਾ ਥੋੜਾ ਜਿਹਾ ਪੜ੍ਹਨ ਦਾ ਤੇ ਰੀਡਿੰਗ ਦਾ ਬਹੁਤ। ਮੇਰੇ ਫਾਦਰ ਕਹਿੰਦੇ ਹੁੰਦੇ ਸੀ, ਮੇਰੇ ਮਦਰ ਥੋੜਾ ਜਿਹਾ ਕਈ ਵਾਰੀ ਗੁੱਸੇ ਹੁੰਦੇ ਸੀ, ਘਰ 'ਚ ਹਰ ਜਗ੍ਹਾ ਕਿਤਾਬਾਂ ਪਈਆਂ ਰਹਿੰਦੀਆਂ ਨੇ, ਮੈਗਜ਼ੀਨ ਪਏ ਰਹਿੰਦੇ ਨੇ। ਮੇਰੇ ਫਾਦਰ ਕਹਿੰਦੇ ਸੀ ਕਿ ਜਦੋਂ ਬੱਚੇ ਬੋਰ ਹੋਣਗੇ, ਅੱਜ ਕੱਲ੍ਹ ਵਾਲਾ ਕੰਮ ਨਹੀਂ ਸੀ ਕਿ ਗੈਜਟਸ ਨਹੀਂ ਸੀ ਹੁੰਦੀਆਂ ਸਾਡੇ ਕੋਲ, ਕਹਿੰਦੇ ਸੀ ਜਦੋਂ ਬੱਚੇ ਬੋਰ ਹੋਣਗੇ, ਕੁਝ ਵੀ ਨਹੀਂ ਕਰਨ ਨੂੰ ਹੋਊਗਾ ਤਾਂ ਘੱਟੋ ਘੱਟ ਕੋਈ ਬੁੱਕ ਚੱਕ ਕੇ ਪੜ੍ਹਨਗੇ। ਐਂਡ ਆਈ ਥਿੰਕ ਉਹ ਚੀਜ਼ ਬਹੁਤ ਇੰਪੋਰਟੈਂਟ ਸੀ ਕਿ ਆਪਾਂ ਉਸ ਚੀਜ਼ ਤੋਂ ਹੁਣ ਕਿਸੇ ਹੱਦ ਤੱਕ ਮੈਂ ਦੇਖ ਰਹੀ ਹਾਂ ਕਿ ਆਪਾਂ ਉਸ ਚੀਜ਼ ਤੋਂ ਥੋੜਾ ਜਿਹਾ ਦੂਰ ਜਾਂਦੇ ਜਾ ਰਹੇ ਹਾਂ। ਅਸੀਂ ਬੱਚੇ ਨੂੰ ਗੈਜਟ ਦੇ ਕੇ ਬਿਠਾ ਦਿੰਦੇ ਹਾਂ ਤੇ ਕਹਿੰਦੇ ਹਾਂ ਕਿ ਠੀਕ ਹੈ, ਉਹਦਾ ਆਪਣਾ ਟੈਕਨੋਲੋਜੀ ਨੇ ਤਾਂ ਡਿਵੈਲਪ ਹੋਣਾ ਹੀ ਹੈ, ਉਹਦੇ ਆਪਣੀਆਂ ਐਡਵਾਂਟੇਜਸ ਹੈਗੀਆਂ ਨੇ, ਬਟ ਆਈ ਥਿੰਕ ਕਿਤੇ ਨਾ ਕਿਤੇ ਆਪਾਂ ਨੂੰ ਥੋੜਾ ਜਿਹਾ ਬੈਲੈਂਸ ਲੈ ਕੇ ਆਉਣਾ ਪੈਣਾ। ਹਾਂਜੀ। ਤੇ ਸਤਿੰਦਰ, ਇੱਕ ਆਪਾਂ ਗੱਲ ਕਰ ਰਹੇ ਸੀ ਕਿ ਤੁਹਾਡਾ ਸੁਪਨਾ ਕੀ ਸੀ, ਅਸਲ ਦੇ ਵਿੱਚ ਤੁਹਾਡਾ ਡ੍ਰੀਮ ਕੀ ਸੀ ਪੜ੍ਹਾਈ ਤੋਂ ਬਾਅਦ ਕਰਨ ਦਾ? ਓਨੈਸਟਲੀ ਦੱਸਾਂ, ਮੈਨੂੰ ਮੇਰਾ ਸਿਵਲ ਸਰਵਿਸਿਜ਼ 'ਚ ਜਾਣ ਦਾ ਸੀਗਾ ਤੇ ਮੈਂ ਆਪਣੇ ਪ੍ਰੀਲਿਮਸ ਦੀ ਤਿਆਰੀ ਕਰਨੀ ਵੀ ਸ਼ੁਰੂ ਕਰ ਲਈ ਸੀ, ਬਟ ਫੇਟ ਹੈਡ ਇਟ ਅਦਰਵਾਈਜ਼। ਤੇ ਮੇਰੀ ਆਈ ਗਾਟ ਮੈਰਿਡ ਤੇ ਜਦੋਂ ਮੇਰਾ ਵਿਆਹ ਹੋ ਗਿਆ ਤੇ ਫਿਰ ਮੇਰੇ ਹਸਬੈਂਡ ਇੱਥੇ ਸੀਗੇ, ਸੋ ਆਈ ਹੈਡ ਟੂ ਕਮ ਹੇਅਰ। ਠੀਕ ਹੈ ਜੀ। ਜਿਵੇਂ ਫਿਰ ਤੁਸੀਂ ਕੈਨੇਡਾ 1991 ਦੇ ਵਿੱਚ ਆ ਗਏ ਸੀ ਹੈ ਨਾ, ਕਿੱਦਾਂ ਲੱਗੀ ਇੱਥੇ ਆ ਕੇ ਲਾਈਫ? ਇਟ ਵਾਸ ਡਿਫਰੈਂਟ, ਇਟ ਵਾਸ ਵੈਰੀ ਡਿਫਰੈਂਟ। ਮੈਨੂੰ ਬਹੁਤ ਚੀਜ਼ਾਂ ਬਹੁਤ ਡਿਫਰੈਂਟ ਤਾਂ ਲੱਗਦੀਆਂ ਹੁੰਦੀਆਂ ਸੀ। ਇਹ ਨਹੀਂ ਸੀਗਾ ਕਿ ਕੋਈ ਪ੍ਰੋਗਰੈਸਿਵ ਚੀਜ਼ ਨਹੀਂ ਸੀ ਦੇਖੀ, ਜੋ ਕਿ ਆਮ ਤੌਰ ਤੇ ਆਪਾਂ ਕਹਿੰਦੇ ਆ ਕਿ ਆਪਾਂ ਨੂੰ ਇੱਥੇ ਆ ਕੇ ਲੱਗਦੀ ਹੈ। ਸਾਰਾ ਕੁਝ ਕੋਈ ਏਦਾਂ ਦਾ ਡਿਫਰੈਂਸ ਨਹੀਂ ਲੱਗਿਆ, ਪਰ ਥੋੜਾ ਜਿਹਾ ਇਹ ਲੱਗਦਾ ਹੁੰਦਾ ਸੀ ਕਿ ਥੋੜੀ ਬੱਚਿਆਂ ਨੂੰ ਦੇਖ ਕੇ ਲੱਗਦਾ ਹੁੰਦਾ ਸੀ ਕਿ ਬੱਚੇ ਥੋੜਾ ਜਿਹਾ ਡਿਸਕਨੈਕਟਡ ਨੇ, ਬੱਚਿਆਂ ਨੂੰ ਮੈਨਰਸ ਨਹੀਂ ਹੈਗੀਆਂ, ਬੱਚੇ ਥੋੜਾ ਜਿਹਾ ਪੜ੍ਹਾਈ ਵੱਲ ਨਹੀਂ ਧਿਆਨ ਦਿੰਦੇ ਤੇ ਪਤਾ ਨਹੀਂ ਤਾਂ ਉਹ ਮਾਹੌਲ ਉਦਾਂ ਦੇ 'ਚ ਆਏ ਸੀ ਤਾਂ ਏਦਾਂ ਲੱਗਦਾ ਹੁੰਦਾ ਸੀ ਕਿ ਥੋੜਾ ਇਹੋ ਜਿਹੀਆਂ ਚੀਜ਼ਾਂ ਥੋੜ੍ਹੀਆਂ ਜਿਹੀਆਂ ਅਜੀਬ ਲੱਗਦੀਆਂ ਸੀਗੀਆਂ। ਬਾਕੀ ਆਫ ਕੋਰਸ ਦੈਨ ਉਹ ਥੋੜੀ ਵਰਕ ਕਲਚਰ ਦਾ ਵੀ ਫਰਕ ਹੈ ਤੇ ਉਹ ਸਾਰੀਆਂ ਚੀਜ਼ਾਂ ਹੈਗੀਆਂ ਨੇ। ਫਿਰ ਤੁਸੀਂ ਇੱਥੇ ਸਾਰਾ ਟਾਈਮ ਨਹੀਂ ਰਹੇ, ਦੈਨ ਯੂ ਮੂਵਡ ਬੈਕ ਹੈ ਨਾ? ਹਾਂਜੀ, ਮੇਰੀ ਬੇਟੀ 2 ਸਾਲ ਦੀ ਸੀਗੀ ਤੇ ਅਸੀਂ ਮੈਂ ਮੇਰੇ ਹਸਬੈਂਡ ਤੇ ਮੇਰੀ ਡਾਟਰ ਅਸੀਂ ਵਾਪਸ ਚਲੇ ਗਏ ਸੀ ਇੰਡੀਆ ਤੇ ਅਸੀਂ ਉੱਥੇ ਕਾਫੀ ਸਾਲ ਰਹੇ ਹਾਂ, ਮੋਰ ਦੈਨ ਅ ਡੈਕੇਡ। ਤੇ ਹਸਬੈਂਡ ਮੇਰੇ ਵਾਪਸ ਆ ਗਏ ਸੀ, ਬਟ ਆਈ ਕੰਟੀਨਿਊ ਟੂ ਸਟੇ ਇਨ ਇੰਡੀਆ ਫॉर ਕੁਆਇਟ ਸਮ ਟਾਈਮ, ਬਿਕਾਜ਼ ਆਬਜੈਕਟਿਵ ਸੀਗਾ ਕਿ ਬੇਟੀ ਦੀ ਸਕੂਲਿੰਗ ਉੱਥੋਂ ਕਰਾਉਣੀ ਹੈ। ਬਟ ਉਹ ਵੀ ਫਿਰ ਹਾਈ ਸਕੂਲ ਕਰਕੇ ਵੀ ਹੈਡ ਟੂ ਕਮ ਬੈਕ। ਪਰ ਉੱਥੇ ਦਾ ਜਿਹੜਾ ਐਕਸਪੀਰੀਅੰਸ ਸੀਗਾ, ਜਿਹੜਾ ਮੇਰਾ ਇੰਡੀਆ ਦਾ, ਉੱਥੇ ਮੈਂ ਆਪਣੇ ਇੱਕ ਤੁਸੀਂ ਕਹਿ ਲਓ ਵੀ ਮੈਂ ਆਪਣੇ ਪੈਸ਼ਨ ਨੂੰ ਫੋਲੋ ਕਰ ਸਕੀ ਇੰਡੀਆ ਰਹਿ ਕੇ। ਹਾਂਜੀ, ਜਦੋਂ ਅਸੀਂ ਇਹਨਾਂ ਨਾਲ ਗੱਲ ਕਰ ਰਹੇ ਸੀਗੇ ਤੇ ਇੱਕ ਨਾ ਤੁਹਾਡੀ ਲਾਈਫ ਦੇ ਵਿੱਚ ਇੱਕ ਐਸਾ ਪੀਰੀਅਡ ਹੁੰਦਾ ਹੈ ਜਿਹਨੂੰ ਕਿ ਤੁਸੀਂ ਬਾ ਕਮਾਲ ਇੰਜੋਏ ਕੀਤਾ ਹੁੰਦਾ ਹੈ। ਸੋ ਆਪਾਂ ਅੱਧੀ ਲਾਈਫ ਤੋਂ ਜ਼ਿਆਦਾ ਤੇ ਜੀ ਚੁੱਕੇ ਹਾਂ, ਬੰਦੇ ਦੀ 70-80 ਸਾਲ ਉਮਰ ਹੁੰਦੀ ਹੈ, ਵੀ ਅਰਾਊਂਡ 50। ਸੋ ਆਪਣੀ ਕਾਫੀ ਪੀਰੀਅਡ ਲੰਘ ਗਿਆ ਹੋਇਆ ਹੈ ਨਾ। ਪਰ ਇੱਕ ਮੇਰੀ ਜ਼ਰੂਰ, ਜਦੋਂ ਮੈਂ ਕਿਸੇ ਨਾਲ ਗੱਲ ਕਰਨਾ ਚਾਹੁੰਦੀ, ਮੈਨੂੰ
ਇਹ ਜਾਣਨ ਦੀ ਬੜੀ ਤਾਂਘ ਹੁੰਦੀ ਹੈ ਕਿ ਵਾਟ ਵਾਸ ਯੋਰ 골ਡਨ ਪੀਰੀਅਡ ਆਫ ਯੋਰ ਲਾਈਫ। ਸੋ ਜਦੋਂ ਮੈਂ ਸਿੰਦਰ ਹੋਰਾਂ ਨਾਲ ਗੱਲ ਕਰ ਰਹੀ ਸੀ ਤੇ ਇਹਨਾਂ ਦਾ 골ਡਨ ਪੀਰੀਅਡ ਕੈਨੇਡਾ ਆ ਕੇ ਨਹੀਂ, ਕੈਨੇਡਾ ਤੋਂ ਜਦੋਂ ਇਹ ਵਾਪਸ ਇੰਡੀਆ ਮੂਵ ਹੋਏ ਉਦੋਂ ਸ਼ੁਰੂ ਹੋਇਆ। ਸੋ ਉਹਦੇ ਬਾਰੇ ਦੱਸੋ ਸਾਨੂੰ। ਹਾਂਜੀ, ਉਹਦੀ ਵਜ੍ਹਾ ਇੱਕੋ ਹੀ ਸੀਗੀ ਕਿ ਸਭ ਤੋਂ ਵੱਡਾ ਰੀਜ਼ਨ ਉਹਦੇ 'ਚ ਇਹ ਸੀਗਾ ਕਿ ਜਿਵੇਂ ਕਿ ਮੈਂ ਕਿਹਾ ਕਿ ਮੈਂ ਆਪਣੇ ਪੈਸ਼ਨ ਨੂੰ ਫੋਲੋ ਕਰ ਸਕੀ। ਲੈਂਗੁਏਜ ਦਾ, ਇੰਗਲਿਸ਼ ਰਾਈਟਿੰਗ ਰੀਡਿੰਗ ਦਾ ਮੈਨੂੰ ਪਹਿਲਾਂ ਤੋਂ ਹੀ ਬਹੁਤ ਸ਼ੌਕ ਸੀਗਾ ਐਂਡ ਆਈ ਥਿੰਕ ਮੈਂ ਉਹਨੂੰ ਇੱਕ ਪੋਜ਼ਿਟਿਵ ਤਰੀਕੇ 'ਚ ਨਾਲ ਲੈ ਸਕੀ। ਤੇ ਮੈਨੂੰ ਉੱਥੇ ਇੰਡੀਆ ਰਹਿ ਕੇ ਮੌਕਾ ਮਿਲਿਆ ਕਿ ਬੱਚਿਆਂ ਨਾਲ, ਅਲੱਗ-ਅਲੱਗ ਏਜ ਦੇ ਬੱਚਿਆਂ ਨਾਲ ਕੰਮ ਕਰਨ ਦਾ। ਤੇ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੈਂ ਇਹਨੂੰ ਉਸ ਲੈਵਲ ਤੇ ਲੈ ਜਾਊਂਗੀ, ਪਰ ਮੇਰੇ ਕੋਲ ਇੰਗਲਿਸ਼ ਲੈਂਗੁਏਜ ਦੀ ਕੋਚਿੰਗ ਲਈ ਬੱਚੇ ਆਉਂਦੇ ਸੀ ਕਿ ਮੇਰੇ ਕੋਲ ਮੈਂ ਪਹਿਲਾਂ ਬੜੇ ਛੋਟੇ ਉਹਦੇ ਤੋਂ ਸਟਾਰਟ ਕੀਤਾ ਸੀ, ਪਰ ਉਹ ਇੰਨਾ ਜ਼ਿਆਦਾ ਵਰਡ ਆਫ ਮਾਊਥ, ਮੈਂ ਕੋਈ ਐਡਵਰਟਾਈਜ਼ਿੰਗ ਨਹੀਂ ਕੀਤੀ, ਕੁਛ ਨਹੀਂ, ਪਰ ਆਈ ਥਿੰਕ ਉਹ ਵਰਡ ਆਫ ਮਾਊਥ ਇੰਨਾ ਜ਼ਿਆਦਾ ਫੈਲ ਗਿਆ ਕਿ ਮੈਨੂੰ ਇੱਕ ਟਾਈਮ ਤੇ ਮੇਰੇ ਕੋਲ 70-80 ਬੱਚਿਆਂ ਦੀ ਵੇਟਿੰਗ ਲਿਸਟ ਹੋਣ ਲੱਗੀ। ਤੇ ਉਹਨੂੰ ਮੈਂ ਕਿਸੇ ਕਮਰਸ਼ੀਅਲ ਲੈਵਲ ਤੇ ਨਹੀਂ ਸੀ ਲੈ ਕੇ ਜਾਣਾ ਚਾਹੁੰਦੀ। ਆਈ ਸਟਿਲ ਵਾਂਟਡ ਟੂ ਕੀਪ ਇਟ one on one ਐਂਡ ਕੀਪ ਦ ਕਲਾਸ ਸਾਈਜ਼ ਸਮਾਲ, ਜੋ ਕਿ ਬਹੁਤ ਇੰਪੋਰਟੈਂਟ ਸੀਗਾ। ਤੇ ਫਿਰ ਮੈਂ ਉੱਥੇ ਬੱਚਿਆਂ ਨਾਲ ਰੂਰਲ ਏਰੀਆਜ਼ 'ਚ ਵੀ ਕੰਮ ਕੀਤਾ ਹੈ, ਅਰਬਨ ਏਰੀਆਜ਼ 'ਚ ਵੀ ਕੰਮ ਕੀਤਾ ਹੈ। ਤੇ ਜਿੰਨੇ ਆਪਣੇ ਵੱਡੇ ਰੈਜ਼ੀਡੈਂਸ਼ੀਅਲ ਸਕੂਲਸ ਨੇ, ਮੇਓ, ਵੈਲਮਸ, ਡੂਨ, ਉੱਥੇ ਬੱਚਿਆਂ ਦੇ ਐਂਟਰੈਂਸ ਟੈਸਟ ਦੀ ਤਿਆਰੀ ਕਰਾਉਣੀ। ਇਟ ਵਾਸ ਐਬਸੋਲਿਊਟਲੀ ਫਿਨੋਮੀਨਲ। ਬਹੁਤ ਹੀ ਇਹੋ ਜਿਹਾ ਟਾਈਮ ਸੀਗਾ ਜਿੱਥੇ ਕਿ ਤੁਸੀਂ ਵਾਕਈ ਦੇਖਦੇ ਹੋ ਕਿ ਬੱਚੇ ਨੂੰ ਤੁਸੀਂ ਕਿੱਥੋਂ ਸਟਾਰਟ ਕਰ ਰਹੇ ਹੋ ਤੇ 3 ਮੰਥਸ ਬਾਅਦ ਉਹ ਬੱਚਾ ਕਿੱਥੇ ਹੈ। ਉਹ ਇਹ ਚੀਜ਼ਾਂ ਆਪਾਂ ਨੂੰ ਮੌਕਾ ਮਿਲਿਆ। ਹਾਂਜੀ, ਕਿਉਂਕਿ ਸਿੰਦਰ ਨੇ ਆਪਣਾ ਲੈਂਗੁਏਜ ਦੇ ਵਿੱਚ ਮਾਸਟਰਸ ਇਨ ਇੰਗਲਿਸ਼ ਕੀਤਾ ਸੀ। ਤਾਂ ਇਹ ਜਦੋਂ ਤੁਸੀਂ ਇਹਨਾਂ ਦੇ ਫੇਸਬੁੱਕ ਤੇ ਵੀ ਲਿਖ ਜਾਓ ਤੇ ਬਹੁਤ ਹੀ ਸੋਹਣਾ ਲਿਖਦੇ ਨੇ। ਸੋ ਮੈਨੀ ਟਾਈਮਸ ਆਈ ਹੈਵ ਟੂ ਰੈਫਰ ਟੂ ਡਿਕਸ਼ਨਰੀ ਟੂ ਰੀਡ ਹਰ, ਬਟ ਇਟਸ ਤੁਸੀਂ ਨਾ ਇੱਕ ਤਿਲਸਮੀ ਦੁਨੀਆ 'ਚ ਚਲੇ ਜਾਂਦੇ ਹੋ ਇਹਨਾਂ ਦੇ ਪੜ੍ਹਦੇ ਦ ਵੇ ਸ਼ੀ ਰਾਈਟਸ ਐਵਰੀਥਿੰਗ। ਤੇ ਮੈਂ ਇਹਨਾਂ ਨੂੰ ਪੁੱਛਿਆ ਵੀ ਸੀ ਵੀ ਤੁਸੀਂ ਬੁੱਕ ਲਿਖੀ ਹੈ ਕੋਈ ਜਾਂ ਨਹੀਂ, ਪਰ ਹਾਲੇ ਤੇ ਨਹੀਂ ਇਹਨਾਂ ਨੇ ਲਿਖੀ, ਬਟ ਮੈਨੂੰ ਲੱਗਦਾ ਹੈ ਕਿ ਜ਼ਰੂਰ ਲਿਖਣਗੇ। ਹਾਂਜੀ, ਨਹੀਂ, ਮੌਕਾ ਨਹੀਂ ਮਿਲਿਆ ਮੈਨੂੰ ਫੈਮਿਲੀ ਫਰੈਂਡਸ ਸ਼ੁਰੂ ਤੋਂ ਬਹੁਤ ਕਹਿੰਦੇ ਨੇ, ਪਰ ਉਹ ਬਿਖਰੀਆਂ ਥਾਟਸ ਹਰ ਜਗ੍ਹਾ ਪਈਆਂ ਨੇ, ਲੇਕਿਨ ਉਹ ਸਾਰੀਆਂ ਸਮੇਟਣੀਆਂ ਹਜੇ। ਠੀਕ ਹੈ, ਵੀ ਵਿਲ ਵੇਟ ਫॉर दैट ਡੇ। ਪਰ ਇੱਥੇ ਜਦੋਂ ਇਹ ਆਪਣਾ 골ਡਨ ਪੀਰੀਅਡ ਚੱਲ ਰਿਹਾ ਸੀ, ਉਹਦੇ ਵਿੱਚ ਇਹਨਾਂ ਨੇ ਇੱਕ ਐਜੂਕੇਸ਼ਨ ਦੇ ਏਰੀਏ ਦੇ ਵਿੱਚ ਕਹਿੰਦੇ ਨੇ ਸਭ ਤੋਂ ਪਹਿਲਾਂ ਗੁਰੂ ਬੱਚੇ ਦਾ ਮਾਂ ਹੁੰਦੀ ਹੈ, ਉਸ ਤੋਂ ਬਾਅਦ ਉਹਦਾ ਗੁਰੂ ਅਸਲੀ ਜਿਹੜਾ ਟੀਚਰ। ਇਹ ਦੋਨਾਂ ਦਾ ਤਾਲਮੇਲ ਹੋਣਾ, ਇਹਨਾਂ ਦੋਨਾਂ ਦੀ ਇੰਪੋਰਟੈਂਸ ਤੋਂ ਮੈਨੂੰ ਲੱਗਦਾ ਹੈ ਕਿ ਬੱਚੇ ਦੀ ਅਪਬ੍ਰਿੰਗਿੰਗ ਦੇ ਵਿੱਚ ਇਹ ਦੋ ਚੀਜ਼ਾਂ ਮੇਨ ਹੁੰਦੀਆਂ ਨੇ। ਪਹਿਲਾ ਮਾਂ, ਦੂਜਾ ਉਹਨਾਂ ਦਾ ਸਕੂਲਿੰਗ ਸਿਸਟਮ। ਸੋ ਸਕੂਲਿੰਗ ਸਿਸਟਮ ਦੇ ਵਿੱਚ ਜਦੋਂ ਸਿੰਦਰ ਹੋਰਾਂ ਨੇ ਮੈਨੂੰ ਦੱਸਿਆ, ਇਹਨਾਂ ਨੇ ਉੱਥੇ ਅਬਾਊਟ 6 ਸਕੂਲਸ ਸੈਟ ਅਪ ਕੀਤੇ, ਬਟ ਮੈਂ ਨਹੀਂ ਦੱਸਾਂਗੀ, ਤੁਸੀਂ ਦੱਸੋ। ਹਾਂਜੀ, ਉਹ ਇੱਕ ਬਹੁਤ ਹੀ ਜਿਹਨੂੰ ਕਹਿੰਦੇ ਨੇ ਨਾ ਇੰਡੀਆ 'ਚ ਇਸ ਟਾਈਮ ਇੱਕ ਨੀਸ਼ ਮਾਰਕੀਟ ਹੈਗੀ ਹੈ, ਜਿਹਦੇ 'ਚ ਕਿ ਅਗੇਨ ਕਿ ਮੈਨੂੰ ਆਪਣਾ ਜੋ ਕੁਝ ਵੀ ਮੇਰੇ ਕੋਲ ਥੋੜੇ ਬਹੁਤ ਸਕਿੱਲਸ ਸੀਗੇ, ਮੈਨੂੰ ਉਹਨਾਂ ਨੂੰ ਆਪਣੇ ਸਕਿੱਲਸ ਨੂੰ ਪਾਲਿਸ਼ ਕਰਨ ਦਾ ਟਾਈਮ ਮਿਲਿਆ। ਤੇ ਮੈਨੂੰ ਇੱਕ ਆਈ ਗॉट ਅ ਚਾਂਸ ਟੂ work with children further and ਉਸੇ ਚੀਜ਼ ਨੂੰ ਮੈਂ ਥੋੜੇ ਜਿਹੇ ਹੋਰ ਡਿਫਰੈਂਟ ਲੈਵਲ ਤੇ ਲੈ ਕੇ ਜਾ ਸਕੀ। ਤੇ ਮੈਨੂੰ ਮੌਕਾ ਮਿਲਿਆ ਕਿ ਮੈਂ ਇੱਕ ਕਰਕੇ 4-5 ਸਕੂਲ ਪੰਜਾਬ 'ਚ ਤੇ ਇੱਕ ਸਕੂਲ MP 'ਚ ਸੈਟਅਪ ਕੀਤਾ। ਤੇ ਜਦੋਂ ਆਪਾਂ ਸਕੂਲ ਸੈਟਅਪ ਕਰਨ ਦੀ ਗੱਲ ਕਰਦੇ ਆ, ਉਹਦੇ 'ਚ ਬਹੁਤ ਚੀਜ਼ਾਂ ਆਉਂਦੀਆਂ ਨੇ। ਉਹਦੇ 'ਚ ਸਿਰਫ ਇਹ ਨਹੀਂ ਹੈਗਾ ਕਿ ਤੁਸੀਂ, ਉਹਦੇ 'ਚ ਹੁੰਦਾ ਹੈ ਕਿ ਪਹਿਲਾਂ ਤੁਸੀਂ ਇਨਫਰਾਸਟ੍ਰਕਚਰ, ਕਰਿਕੂਲਮ ਡਿਵੈਲਪਮੈਂਟ, ਹਾਇਰਿੰਗ, ਤੇ ਜਦੋਂ ਤੱਕ ਸਕੂਲ ਬਿਲਕੁਲ ਟੇਕ ਆਫ ਨਹੀਂ ਕਰ ਲੈਂਦਾ, ਤੁਹਾਡੀਆਂ ਫਸਟ ਐਡਮਿਸ਼ਨਸ ਨਹੀਂ ਆਉਣੀਆਂ ਸ਼ੁਰੂ ਹੋ ਜਾਂਦੀਆਂ, ਤੇ ਉਦੋਂ ਤੱਕ ਤੁਸੀਂ ਸਕੂਲ ਦੇ ਨਾਲ ਜੁੜੇ ਰਹਿੰਦੇ ਹੋ। ਹਰ ਸਕੂਲ 'ਚ ਮੈਨੂੰ ਮੌਕਾ ਮਿਲਿਆ ਕਿ ਮੈਨੂੰ ਮੈਨੇਜਮੈਂਟ ਨੇ ਕਿਹਾ ਕਿ ਤੁਸੀਂ ਸਾਨੂੰ ਹੀ ਜੁਆਇਨ ਕਰਕੇ ਰੱਖੋ ਤੇ ਸਾਨੂੰ, ਪਰ ਉਹ ਇੱਕ ਕੰਟਰੈਕਟ ਪੀਰੀਅਡ ਹੁੰਦਾ ਹੈ ਕਿ ਤੁਸੀਂ ਇੱਕ ਟਾਈਮ ਹੁੰਦਾ ਹੈ ਕਿ ਤੁਸੀਂ ਜਦੋਂ ਇੱਕ ਨੂੰ ਜਿਵੇਂ ਕਹਿੰਦੇ ਨਹੀਂ ਹੁੰਦੇ ਕਿ ਤੁਸੀਂ ਬੇਬੀ ਨੂੰ ਪਾਲਦੇ ਹੋ ਤਾਂ ਬੇਬੀ ਵੱਡਾ ਹੋ ਗਿਆ ਤੇ ਫਿਰ ਤੁਹਾਡਾ ਟਾਈਮ ਹੁੰਦਾ ਹੈ ਕਿ ਤੁਸੀਂ ਨੈਕਸਟ ਉਹਦੇ 'ਚ ਲੈਵਲ ਤੇ ਮੂਵ ਹੋ ਜਾਓ। ਸੋ ਇਸ ਕਰਕੇ ਮੈਨੂੰ ਮੇਰਾ ਇੱਕ ਇੱਦਾਂ ਦਾ ਟਾਈਮ ਆ ਗਿਆ ਸੀ ਕਿ ਮੈਨੂੰ ਨਾ ਕਹਿਣਾ ਪੈਂਦਾ ਸੀਗਾ ਕਿ ਮੈਨੂੰ ਡੋਰ ਸਟੈਪ ਤੇ ਆ ਕੇ ਲੋਕੀ ਬਹਿ ਜਾਂਦੇ ਸੀ ਕਿ ਅਸੀਂ ਫਲਾਣੀ ਜਗ੍ਹਾ ਤੇ ਸਕੂਲ ਖੋਲ੍ਹਣਾ ਹੈ, ਕਿ ਤੁਸੀਂ ਸਾਡੀ ਹੈਲਪ ਕਰਨੀ ਹੈ, ਤੇ ਸਾਨੂੰ ਪਤਾ ਹੈ ਕਿ ਹੋਰ ਕੋਈ ਹੈਲਪ ਨਹੀਂ ਕਰ ਸਕਦਾ। ਇਟ ਵਾਸ ਵੈਰੀ ਹੰਬਲਿੰਗ ਐਕਸਪੀਰੀਅੰਸ। ਮੈਨੂੰ ਕਦੇ ਵੀ ਇੱਦਾਂ ਵੀ ਆਈ ਡੋਂਟ ਫੀਲ ਪ੍ਰਾਊਡ ਇਨ ਅ ਡਿਫਰੈਂਟ ਵੇ। ਮੈਨੂੰ ਇਹ ਲੱਗਦਾ ਹੁੰਦਾ ਕਿ ਬੜਾ ਹੀ ਹੰਬਲ ਐਕਸਪੀਰੀਅੰਸ ਸੀਗਾ ਕਿ ਆਈ ਥਿੰਕ ਗॉड ਵਾਸ ਗ੍ਰੇਟ।
ਹਾਂਜੀ, ਜਦੋਂ ਆਪਾਂ ਸਕੂਲ ਸੈਟਅਪ ਦੀ ਗੱਲ ਕਰਦੇ ਹਾਂ, ਜਿਵੇਂ ਤੁਸੀਂ ਥੋੜਾ ਬਹੁਤਾ ਤੇ ਜਾਣਕਾਰੀ ਦਿੱਤੀ ਵੀ ਦੇयर इज ਲੋਟ ਇਨਵੋਲਵਡ ਇਨ देयर, ਬਟ ਇੱਕ ਤੁਹਾਡੇ ਦਿਮਾਗ ਦੇ ਵਿੱਚ ਹਾਊ ਡਿਡ that occur to you ਕਿ you can do this and how were you discovered ਕਿ ਹਾਂਜੀ ਇਹਦਾ ਜ਼ਰੂਰ ਸ਼ੇਅਰ ਕਰੋ। ਹਾਂਜੀ, ਆਈ ਥਿੰਕ ਸਕੂਲ ਦਾ ਜਦੋਂ ਆਪਾਂ ਐਜੂਕੇਸ਼ਨ ਦੀ ਗੱਲ ਕਰਦੇ ਆ, ਮੈਨੂੰ ਆਈ ਐਮ ਵੈਰੀ ਕੀਨ ਅਬਾਊਟ ਦੀ ਐਜੂਕੇਸ਼ਨ ਆਫ ਚਿਲਡਰਨ। ਮੈਨੂੰ ਸਿਰਫ ਇਹ ਨਹੀਂ ਹੁੰਦਾ ਕਿ ਇਟਸ ਨਾਟ ਜਸਟ ਅਬਾਊਟ ਆਪਾਂ ਕਹਿੰਦੇ ਨਾ ਕਿ ਗਰਲ ਚਾਈਲਡ, ਮੈਂ ਕਹਿੰਦੀ ਆ ਕਿ ਸਾਨੂੰ empowering the child, not just the girl child, empowering children, ਬੱਚਿਆਂ ਨੂੰ। ਇੱਕ ਸਭ ਤੋਂ ਵੱਡੀ ਚੀਜ਼ ਹੈ, ਅਸੀਂ ਇਸ ਚੀਜ਼ ਨੂੰ ਮੰਨੀਏ ਚਾਹੇ ਨਾ ਮੰਨੀਏ, ਅਸੀਂ ਆਪਣੀ ਮਦਰ ਟੰਗ ਨੂੰ ਬਹੁਤ ਇੰਪੋਰਟੈਂਸ ਦਿੰਦੇ ਆ, ਔਰ ਮੇਰੇ ਹਿਸਾਬ ਨਾਲ ਮਦਰ ਟੰਗ ਬਹੁਤ ਇੰਪੋਰਟੈਂਟ ਵੀ ਹੈ। ਇਹ ਤੁਹਾਨੂੰ ਰੂਟਸ ਤੁਹਾਨੂੰ ਉਹ ਇੱਕ ਜੜ੍ਹਾਂ ਦਿੰਦੀਆਂ ਨੇ, ਤੁਸੀਂ ਉੱਥੋਂ ਰੂਟਸ ਡਿਵੈਲਪ ਕਰਦੇ ਹੋ, ਲੇਕਿਨ ਤੁਹਾਡੇ ਜਿਹੜੇ ਵਿੰਗਸ ਨੇ ਉਹ ਤੁਹਾਡੇ ਆਪਾਂ ਇਸ ਚੀਜ਼ ਨੂੰ ਐਡਮਿਟ ਕਰੀਏ ਜਾਂ ਨਾ ਕਰੀਏ, ਬਟ ਆਈ ਥਿੰਕ ਸਾਡੇ ਜਿਹੜੇ ਵਿੰਗਸ ਨੇ ਉਹ ਸਾਡੇ ਇੰਗਲਿਸ਼ ਲੈਂਗੁਏਜ, ਕਿਉਂਕਿ ਯੂਨੀਵਰਸਲ ਲੈਂਗੁਏਜ ਹੈ, it is something that which is your passport to the world, ਤੇ ਤੁਸੀਂ ਉਸ ਚੀਜ਼ ਨੂੰ ਆਪਾਂ ਉਸ ਚੀਜ਼ ਦੀ ਇੰਪੋਰਟੈਂਸ ਨੂੰ ਬਿਲਕੁਲ ਅੰਡਰਮਾਈਨ ਨਹੀਂ ਕਰ ਸਕਦੇ। ਸੋ ਆਈ ਥਿੰਕ that is very very important, ਚਾਹੇ ਉੱਥੇ ਹੈ, ਚਾਹੇ ਇੰਡੀਆ ਹੈ, ਚਾਹੇ ਇੱਥੇ ਹੈ, ਇਹ ਚੀਜ਼ ਬਹੁਤ ਇੰਪੋਰਟੈਂਟ ਹੈ। ਹਾਂਜੀ, ਇਹਦੇ ਵਿੱਚ ਤੁਸੀਂ ਜਦੋਂ ਆਪਾਂ ਗੱਲ ਕਰ ਰਹੇ ਸੀ ਤੇ ਸਤਿੰਦਰ ਹੋਰਾਂ ਨੇ ਦੱਸਿਆ ਕਿ ਕਿਉਂਕਿ ਇਹਨਾਂ ਦੇ ਡੈਡੀ ਫਾਦਰ ਡਿਫਰੈਂਟ ਸਟੇਟਸ ਆਫ ਇੰਡੀਆ ਦੇ ਵਿੱਚ ਹਮੇਸ਼ਾ ਪੋਸਟਡ ਹੁੰਦੇ ਸੀ, ਤੇ ਇਹਨਾਂ ਨੇ ਪੰਜਾਬੀ ਕਿਵੇਂ ਸਿੱਖੀ, ਇਹਦਾ ਵੀ ਇੱਕ ਬੜਾ ਹਾਂਜੀ ਤੁਸੀਂ ਬੜਾ ਯਾਦ ਰੱਖਦੇ ਹੋ। ਹਾਂਜੀ ਆਈ ਥਿੰਕ ਜਸਟ ਦੀ ਅਦਰ ਡੇ ਵੀ ਵਰ ਹੈਵਿੰਗ ਵਰਡ ਔਨ ਦਿਸ। ਪੰਜਾਬੀ ਮੈਨੂੰ ਆਉਂਦੀ ਨਹੀਂ ਸੀ ਕਿਉਂਕਿ ਸਕੂਲ 'ਚ ਅਸੀਂ ਪੜ੍ਹੀ ਨਹੀਂ ਸੀ, ਤੇ ਵੀ ਵਰ ਆਲਵੇਜ਼ ਆਊਟਸਾਈਡ ਪੰਜਾਬ। ਜਦ ਤੱਕ ਪੰਜਾਬ 'ਚ ਆਏ ਉਦੋਂ ਤੱਕ ਹਾਈ ਸਕੂਲ ਦਾ ਟਾਈਮ ਆ ਗਿਆ ਸੀਗਾ, ਤੇ ਪੰਜਾਬੀ ਸਿੱਖੀ ਜਿਹੜੇ ਆਪਣੇ ਦੁਕਾਨਾਂ ਦੇ ਬਾਹਰ ਸਾਈਨਸ ਲੱਗੇ ਹੁੰਦੇ ਨੇ ਜਾਂ ਮਾਈਲਸਟੋਨਸ ਲੱਗੇ ਹੁੰਦੇ ਨੇ, ਉੱਥੋਂ ਪੜ੍ਹ ਕੇ ਜੋੜ ਕੇ ਪੰਜਾਬੀ ਸਿੱਖੀ। ਲੇਕਿਨ ਮੈਂ ਬਹੁਤ ਪ੍ਰਾਊਡਲੀ ਕਹਿ ਸਕਦੀ ਹਾਂ ਕਿ ਆਈ ਕੈਨ ਰੀਡ ਐਂਡ ਰਾਈਟ ਪੰਜਾਬੀ ਫਲੂਐਂਟਲੀ ਨਾਓ। ਮਤਲਬ ਮੈਂ ਇਸ ਚੀਜ਼ ਨੂੰ ਹਾਂ, ਇੱਕ ਬੜਾ ਹਾਸਾ ਵੀ ਪਿਆ, ਕਹਿੰਦੇ ਕਿ ਮੈਨੂੰ ਸਿਹਾਰੀ ਤੇ ਬਿਹਾਰੀ ਦਾ ਪਤਾ, ਛੋਟੀ ਦੀ ਮਾਤਰਾ ਤੇ ਵੱਡੀ ਦੀ ਮਾਤਰਾ ਦਾ ਪਤਾ, ਹਜੇ ਵੀ ਹਿੰਦੀ ਨਾਲ ਉਹਨੂੰ ਕਰਦੇ ਆ ਕਿ ਮਾਤਰਾ। ਸੋ ਫਿਰ ਮੈਂ ਇਹਨਾਂ ਨੂੰ ਦੱਸਿਆ, ਮੈਂ ਕਿ ਸਿਹਾਰੀ ਛੋਟਾ ਤੇ ਬਿਹਾਰੀ ਵੀ ਵੱਡਾ ਬੜਾ, ਸੋ ਇਹ ਯਾਦ ਰੱਖਿਓ। ਸੋ ਵੀ ਹੈਡ ਆਈ ਨੋ ਹੁਣ ਨਹੀਂ ਤੁਸੀਂ ਭੁੱਲਦੇ ਹੈਗੇ, ਹਨਾ। ਸੋ ਇਹ ਤੇ ਇਹਨਾਂ ਦਾ ਬਹੁਤ ਹੀ ਅੱਛਾ ਤੁਹਾਡਾ ਰਿਹਾ ਕਿ ਤੁਸੀਂ ਸਕੂਲ ਸੈਟਅਪ ਕੀਤੇ, ਐਜੂਕੇਸ਼ਨ ਦੇ ਵਿੱਚ, ਕੋਚਿੰਗ ਦੇ ਵਿੱਚ ਤੁਸੀਂ ਬੜਾ ਆਪਣਾ ਦੇਣ ਦਿੱਤਾ, ਹਨਾ। ਸੋ ਹੁਣ ਇੱਥੇ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਤੇ ਇਸ ਤੋਂ ਬਾਅਦ ਆ ਕੇ ਫਿਰ ਆਪਾਂ ਇਹਨਾਂ ਦੀਆਂ ਹੋਰ ਅਚੀਵਮੈਂਟਸ ਬਾਰੇ ਗੱਲ ਕਰਾਂਗੇ। ਡਰਾਈਵਰ ਵੀਰਾਂ ਤੇ ਓਨਰ ਆਪਰੇਟਰਸ ਲਈ ਖਾਸ ਦੋਸਤੋ, ਤੁਸੀਂ ਲੋਡ ਬੁਕਿੰਗ ਦੀ ਚਿੰਤਾ ਛੱਡ ਆਪਣਾ ਪੂਰਾ ਧਿਆਨ ਡਰਾਈਵਿੰਗ ਉੱਤੇ ਲਗਾਓ। ਰੋਡੈਕਸ ਪ੍ਰੋਫੈਸ਼ਨਲ ਡਿਸਪੈਚ ਲੋਡ ਬੁਕਿੰਗ, ਕਰੀਅਰ ਪੈਕਟ ਭੇਜਣ, ਟ੍ਰੇਸਿੰਗ, ਟਰੈਕਿੰਗ ਦੀਆਂ ਸੇਵਾਵਾਂ ਮੁਹੱਈਆ ਕਰਾਉਂਦਾ। ਟਰੱਕਿੰਗ ਇੰਡਸਟਰੀ ਵਿੱਚ ਸਾਡਾ ਡਿਸਪੈਚ ਦਾ ਲੰਬਾ ਤਜਰਬਾ ਹੈ। ਸ਼ਿਪਰਸ ਬ੍ਰੋਕਰਸ ਨਾਲ ਸਿੱਧਾ ਰਾਬਤਾ ਹੋਣ ਕਾਰਨ ਤੁਹਾਡੇ ਲਈ ਬਹੁਤ ਵਧੀਆ ਕੀਮਤਾਂ ਉੱਤੇ ਲੋਡ ਬੁੱਕ ਕਰ ਸਕਦੇ ਹਾਂ। ਤੁਸੀਂ ਜ਼ਿਆਦਾ ਮੁਨਾਫਾ ਕਮਾ ਸਕਦੇ ਹੋ, ਉਹ ਵੀ ਬਿਨਾਂ ਕਿਸੇ ਕੰਟਰੈਕਟ ਦੇ। ਜਾਣਕਾਰੀ ਲਈ ਨੰਬਰ 313 855 56 23।
ਨਾ ਜੀ ਹੁਣ ਘਰ ਦੀ ਕੀਮਤ ਪਤਾ ਕਰਨ ਲਈ ਗੂਗਲ ਤੇ ਟਰਾਈ ਕਰੋ। ਓਏ ਸਾਡੇ ਘਰ ਦੀ ਚੰਗੀ ਕੀਮਤ ਮਿੰਟਾਂ ਸਕਿੰਟਾਂ ਵਿੱਚ ਸਿਰਫ ਵਰਿੰਦਰ ਗਿੱਲ ਤੇ ਅਵਤਾਰ ਰੀਹਲ ਹੀ ਦੱਸ ਸਕਦੇ ਨੇ। ਆਪਣੇ ਘਰ ਦੀ ਕੀਮਤ ਪਤਾ ਕਰਨ ਲਈ ਜਾਂ ਗੁਆਂਢ ਵਿੱਚ ਵਿਕੇ ਘਰ ਦੇ ਵੇਰਵੇ ਲਈ ਵਿਜ਼ਿਟ ਕਰੋ www.searchthehome.com ਤੇ। ਘਰ ਖਰੀਦਣ ਜਾਂ ਵੇਚਣ ਜਾਂ ਫਿਰ ਪ੍ਰਾਪਰਟੀ ਵਿੱਚ ਇਨਵੈਸਟ ਕਰਨ ਲਈ ਸੈਂਚੁਰੀ 21 ਲੈਗੇਸੀ ਬ੍ਰੋਕਰੇਜ ਦੇ ਵਰਿੰਦਰ ਗਿੱਲ ਜਾਂ ਅਵਤਾਰ ਰੀਹਲ ਨਾਲ ਅੱਜ ਹੀ ਸੰਪਰਕ ਕਰੋ 416 561 1277 ਤੇ ਜਾਂ 416 377 06। First time home buyers, no worries for inspection and lawyer fee. believes in legacy of success and fulfillment. ਤੁਹਾਡਾ ਫਿਰ ਸਵਾਗਤ ਹੈ ਸਫਰ ਟੀਵੀ ਦੀ ਉਡਾਨ ਪ੍ਰੋਗਰਾਮ ਦੇ ਵਿੱਚ। ਜਿਵੇਂ ਕਿ ਅਸੀਂ ਸਤਿੰਦਰ ਹੁਰਾਂ ਨਾਲ ਗੱਲ ਕਰ ਰਹੇ ਸੀ, ਉਹਨਾਂ ਦੇ ਬਚਪਨ ਦੀ ਗੱਲ ਕੀਤੀ, ਉਹਨਾਂ ਦੇ ਕਾਲਜ, ਉਹਨਾਂ ਦੇ ਆਰਮੀ ਕਲਚਰ ਤੇ ਉਹਨਾਂ ਦਾ 골ਡਨ ਪੀਰੀਅਡ ਵੀ ਅਸੀਂ ਥੋੜਾ ਜਿਹਾ ਟੱਚ ਕੀਤਾ ਸੀ, ਜਿੱਥੇ ਕਿ ਉਹਨਾਂ ਨੇ ਸੈਟਅਪ ਕੀਤੇ 6 ਸਕੂਲ ਤੇ ਆਪਣਾ ਕੋਚਿੰਗ ਸੈਂਟਰ ਉਹਨਾਂ ਨੇ ਸੈਟਅਪ ਕੀਤਾ ਹੈ ਨਾ। ਸੋ ਕੋਚਿੰਗ ਸੈਂਟਰ ਦੀਆਂ ਵੀ ਬੜੀਆਂ ਹੀ ਦਿਲਚਸਪ ਕੋਈ ਸਟੋਰੀ ਸੀਗੀਆਂ ਜਿਹੜੀਆਂ ਇਹਨਾਂ ਨੇ ਉਦਣ ਸਾਡੇ ਨਾਲ ਸਾਂਝੀਆਂ ਕੀਤੀਆਂ। ਉਹਦੇ ਵਿੱਚ ਇਹਨਾਂ ਨੇ ਦੱਸਿਆ ਕਿ ਕਿਵੇਂ ਆਇਲਸ ਜਾਂ ਜਿਵੇਂ ਜਿਹੜੇ ਬੱਚੇ ਅੱਛੇ ਸਕੂਲਾਂ ਦੇ ਵਿੱਚ ਐਡਮਿਸ਼ਨਸ ਲੈਣਾ ਚਾਹੁੰਦੇ ਸੀ, ਇਹਨਾਂ ਕੋਲ ਕੋਚਿੰਗ ਲਈ ਆਉਂਦੇ ਹੁੰਦੇ ਸੀ। ਸੋ ਉਹਦੇ ਬਾਰੇ ਸਾਨੂੰ ਆਪਣੇ ਥੋੜੇ ਜਿਹੇ ਦੱਸੋ ਕਿ ਤੁਹਾਡਾ ਉਹ ਵਾਲਾ ਐਕਸਪੀਰੀਅੰਸ ਕਿਵੇਂ ਦਾ ਰਿਹਾ। ਹਾਂਜੀ, ਉਹਦੇ 'ਚ ਇੱਕ ਬੜੀ ਸਟਰਾਈਕਿੰਗ ਚੀਜ਼ ਹੈਗੀ ਆ, ਉਹ ਇਹ ਹੈਗੀ ਹੈ ਕਿ ਮੇਰੇ ਕੋਲ ਮੈਂ ਕੋਚਿੰਗ ਸੈਂਟਰ ਕੋਈ ਨਹੀਂ ਸੀਗਾ, ਮਤਲਬ ਕੋਈ ਕਮਰਸ਼ੀਅਲ ਸਪੇਸ ਨਹੀਂ ਸੀ ਲਈ ਹੋਈ, ਮੈਂ ਘਰੋਂ ਕੋਚ ਕਰਦੀ ਸੀ। ਸੋ ਮੇਰੇ ਹਸਬੈਂਡ ਦੀ ਸਾਡੀ ਐਨਸੈਸਟਰਲ ਪ੍ਰਾਪਰਟੀ ਹੈਗੀ ਹੈ ਤੇ ਜਸਟ ਔਨ ਦੀ ਆਊਟਸਕਰਟਸ ਆਫ ਖੰਨਾ ਤੇ ਬਿਟਵੀਨ ਲੁਧਿਆਣਾ ਐਂਡ ਚੰਡੀਗੜ੍ਹ। ਐਂਡ ਉੱਥੋਂ ਮੈਂ ਘਰੋਂ ਕਰਦੀ ਸੀ ਕਿ ਜਦੋਂ ਮੈਂ ਸਟਾਰਟ ਕੀਤਾ when I first started I wasn't sure if anybody would come there ਕਿਉਂਕਿ ਲੇਕਿਨ ਮੈਨੂੰ ਰਿਕੁਐਸਟ ਮੈਂ ਸਟਾਰਟ ਤਾਂ ਕੀਤਾ ਕਿਉਂਕਿ ਮੈਨੂੰ ਰਿਕੁਐਸਟ ਬਹੁਤ ਆਉਂਦੀਆਂ ਸੀਗੀਆਂ ਕਿ ਬੱਚਿਆਂ ਨੂੰ ਕੋਚ ਕਰੋ। ਬਟ ਜਦੋਂ ਮੈਂ ਸਟਾਰਟ ਕੀਤਾ ਤਾਂ ਮੇਰੇ ਕੋਲ ਇੱਕ ਸਟੂਡੈਂਟ ਆਈ ਸੀ, somebody I knew, ਉਹਨਾਂ ਦੀ ਡਾਟਰ ਸੀਗੀ, ਤੇ ਉਹਨੂੰ ਮੈਂ ਜਦੋਂ ਮੈਂ 1 week 2 weeks ਮੈਂ ਖਾਲੀ ਉਸੇ ਨੂੰ ਕੋਚ ਕੀਤਾ ਤੇ ਮੈਨੂੰ ਲੱਗਿਆ ਕਿ ਮੈਂ ਤਾਂ ਦਿਸ ਇਜ਼ ਨਾਟ ਵਰਕਿੰਗ ਆਊਟ। ਲੇਕਿਨ ਮੈਨੂੰ ਇਹ ਨਹੀਂ ਪਤਾ ਲੱਗਿਆ ਕਿ 2 ਹਫ਼ਤੇ ਤੋਂ ਬਾਅਦ ਉੱਥੇ ਹੋਇਆ ਕੀ, ਕਿਉਂਕਿ ਉਸ ਤੋਂ ਬਾਅਦ ਇਟ ਵਾਜ਼ ਅ ਕੰਪਲੀਟ ਟਰਨ ਅਰਾਊਂਡ। ਮਤਲਬ ਉਹ ਇੱਕ ਸਟੂਡੈਂਟ ਤੋਂ 2 ਤੋਂ 4 ਮਤਲਬ ਇੱਕ ਫਿਨੋਮੀਨਲ ਜੀ ਚੀਜ਼ ਸੀਗੀ ਜਿਹੜੀ ਕਿ ਮੈਂ ਮਤਲਬ ਮੇਬੀ ਕਿ ਸ਼ਾਇਦ ਮੈਂ ਸ਼ਬਦਾਂ 'ਚ ਵੀ ਬਿਆਨ ਵੀ ਨਹੀਂ ਕਰ ਸਕਦੀ। ਤੇ ਉਹਦੇ ਕਈ ਐਸਪੈਕਟ ਸੀਗੇ, ਜਿਵੇਂ ਕਿ ਮੈਂ ਪਹਿਲਾਂ ਕਿਹਾ, ਇੱਕ ਤਾਂ ਸਕੂਲ ਸੈਟਅਪ ਕਰਨੇ, ਉਹ ਇੱਕ ਅਲੱਗ ਐਸਪੈਕਟ ਸੀਗਾ। ਕੋਚਿੰਗ ਮੈਂ ਸ਼ਾਮ ਨੂੰ ਕਰਦੀ ਸੀ, ਸੋ ਦੈਟ ਵਾਜ਼ ਅਨਦਰ ਐਸਪੈਕਟ। ਬੱਚੇ ਉੱਥੇ ਆਉਂਦੇ ਸੀ, ਆਈ ਡਿਡਨਟ ਹੈਵ ਟੂ ਗੋ ਐਨੀਵੇਅਰ, ਤੇ ਇੱਕ ਉਹ ਐਸਪੈਕਟ ਸੀਗਾ। ਇੱਕ ਬਹੁਤ ਜ਼ਿਆਦਾ ਇੰਪੋਰਟੈਂਟ ਜਿਹੜੀ ਚੀਜ਼ ਹੈ, ਜਦੋਂ ਮੈਂ ਹੁਣ ਅੱਜ ਕੱਲ੍ਹ ਫਾਰਮਰਸ ਪ੍ਰੋਟੈਸਟ ਵੀ ਦੇਖਦੀ ਹਾਂ, ਮੈਂ ਸੋਚਦੀ ਹਾਂ ਕਿ ਸਾਡੇ ਪੰਜਾਬ ਦੀਆਂ ਹੋਰ ਕਿੰਨੀਆਂ ਕੁ ਚੀਜ਼ਾਂ ਨੇ ਜਿਨ੍ਹਾਂ ਵੱਲ ਸਾਨੂੰ ਧਿਆਨ ਦੇਣਾ ਪੈਣਾ। ਹਾਂਜੀ, ਕਿਉਂਕਿ ਜਦੋਂ ਜਿਹੜੇ ਬੱਚੇ ਰੂਰਲ ਏਰੀਆਜ਼ 'ਚ ਰਹਿੰਦੇ ਨੇ, ਬੱਚੇ ਜਿਹੜੇ ਪਿੰਡਾਂ 'ਚ ਨੇ ਆਪਣੇ, ਹੁਣ ਪੰਜਾਬ 'ਚ ਲੈਂਡ ਹੋਲਡਿੰਗਸ ਘੱਟ ਰਹੀਆਂ ਨੇ। ਹਰ ਬੰਦਾ ਕਹਿੰਦਾ ਹੈ ਕਿ ਸਾਡੀ ਫੈਮਿਲੀ 'ਚੋਂ 1 ਜਾਂ 2 ਬੱਚੇ ਬਾਹਰ ਚਲੇ ਜਾਣ, ਤੇ ਉਹਦੇ ਨਾਲ ਕੀ ਹੈ ਕਿ ਉਹ ਇੱਕ ਲੈਂਗੁਏਜ ਇੱਕ ਬਹੁਤ ਵੱਡੀ ਪ੍ਰੋਬਲਮ ਪੋਜ਼ ਕਰਦੀ ਹੈ। ਕਿਉਂਕਿ ਗਵਰਨਮੈਂਟ ਸਕੂਲਸ 'ਚ ਪੜ੍ਹਾਉਂਦੇ ਨੇ, ਇੰਗਲਿਸ਼ ਇੱਕ ਸਬਜੈਕਟ ਜ਼ਰੂਰ ਹੁੰਦਾ ਹੈ, ਲੇਕਿਨ ਉਹਦੇ 'ਤੇ ਕੋਈ ਇੰਨਾ ਸਟ੍ਰੈਸ ਨਹੀਂ ਦਿੱਤਾ ਜਾਂਦਾ ਕਿ ਸਾਡੇ ਬੱਚੇ, ਮੈਂ ਕਹਿੰਦੀ ਹਾਂ ਕਿ ਇੱਕ ਸੈਂਟੈਂਸ ਲਿਖਣਾ ਵੀ ਪ੍ਰੋਬਲਮ ਹੈ ਆਪਣੇ ਗਵਰਨਮੈਂਟ ਸਕੂਲਸ 'ਚ, ਹੈ ਨਾ। ਆਪਣੇ ਈਵਨ ਕਿ ਦੂਜੇ ਸਕੂਲਸ 'ਚ, ਕਿ ਜਿਹੜੇ ਬੱਚੇ ਚੰਗੇ ਸਕੂਲਸ 'ਚ ਵੀ ਜਾਂਦੇ ਨੇ, ਤੇ ਉੱਥੇ ਵੀ ਇੰਗਲਿਸ਼ ਲੈਂਗੁਏਜ 'ਤੇ ਇੰਨਾ ਐਮਫੈਸਿਸ ਦਿੱਤਾ ਜਾਂਦਾ ਹੈ। ਮੁੜ ਕੇ ਫਿਰ ਮੈਂ ਉਹੀ ਗੱਲ ਕਰਦੀ ਹਾਂ ਕਿ ਮੈਂ ਆਇਲਟਸ ਦੀ ਕੋਚਿੰਗ ਵੀ ਕੀਤੀ ਹੈ, ਮੈਂ ਟੋਫਲ ਵੀ ਪੜ੍ਹਾਉਂਦੀ ਹਾਂ ਬੱਚਿਆਂ ਨੂੰ, SATs ਦੀ ਤਿਆਰੀ ਵੀ ਕਰਾਉਂਦੀ ਹਾਂ, GRE GMAT ਐਂਡ ਆਲ ਆਫ ਦੋਜ਼ ਥਿੰਗਸ। ਵੀ ਜਿੱਥੇ ਮੈਨੂੰ ਇੱਦਾਂ ਲੱਗਦਾ ਹੁੰਦਾ ਹੈ ਕਿ ਸ਼ਾਇਦ ਕਰਨ ਨੂੰ ਬਹੁਤ ਕੁਛ ਹੈ, ਪਰ ਹੋ ਸਕਦਾ ਹੈ ਮੈਂ ਸਾਰੀਆਂ ਚੀਜ਼ਾਂ ਨੂੰ ਹਜੇ ਮੈਂ ਉਹ ਗ੍ਰਾਸਪ ਨਹੀਂ ਕਰ ਪਾਈ ਹਾਂ, ਓਨਲੀ ਬਿਕੋਜ਼ ਦੇਰ ਇਜ਼ ਸੋ ਮਚ ਟੂ ਡੂ, ਪਰ ਜਿੰਨਾ ਕੁ ਵੀ ਮੈਂ ਕੰਮ ਕੀਤਾ ਹੈ, ਚਾਹੇ ਉਹ ਇਟਸ ਅ ਡ੍ਰੌਪ ਇਨ ਦੀ ਓਸ਼ਨ, ਬਟ ਇਟ ਇਜ਼ ਸਟਿਲ ਅ ਡ੍ਰੌਪ, ਮੈਨੂੰ ਇਹ ਲੱਗਦਾ। ਹਾਂਜੀ, ਨਹੀਂ, ਇਟਸ ਇਜ਼ ਜਿਹਦੀ ਲਾਈਫ ਦੇ ਵਿੱਚ ਤੁਸੀਂ ਇਹ ਯੋਗਦਾਨ ਪਾ ਦਿੱਤਾ ਹੈ, ਉਹਨਾਂ ਦੀ ਉਡਾਨ ਇਹਦੇ ਤੋਂ ਹੀ ਟੇਕ ਆਫ ਹੋਈ ਹੈ। ਸੋ ਇੱਕ ਬਹੁਤ ਅੱਛਾ ਅਹਿਮ ਰੋਲ ਤੁਸੀਂ ਉਹਨਾਂ ਦੀ ਜ਼ਿੰਦਗੀ 'ਚ ਪਲੇ ਕੀਤਾ ਹੈ ਨਾ। ਸੋ ਆਪਾਂ ਇੱਕ ਕੱਲ ਗੱਲ ਕਰ ਰਹੇ ਸੀਗੇ ਜਦੋਂ ਕਿ ਲੈਂਗੁਏਜ ਸਕਿੱਲਸ ਹੋਣੀਆਂ ਕਿਉਂ ਜ਼ਰੂਰੀ ਨੇ।
ਹਾਂਜੀ ਇੱਕ ਹੋਰ ਬੜੀ ਇੰਪੋਰਟੈਂਟ ਚੀਜ਼ ਹੈ, ਅਸੀਂ ਲੋਕ ਰਿਅਲਾਈਜ਼ ਨਹੀਂ ਕਰਦੇ। ਮੈਂ ਇੱਥੇ ਵੀ ਪੇਰੈਂਟਸ ਦੀ ਗੱਲ ਕਰੂੰਗੀ ਕਿ ਅਸੀਂ ਇੱਥੇ ਵੀ ਕਹਿੰਦੇ ਹਾਂ, ਸਾਨੂੰ ਲੱਗਦਾ ਹੈ ਕਿ ਸਾਡੇ ਬੱਚੇ ਇੰਗਲਿਸ਼ ਬੋਲਦੇ ਨੇ, ਕਿਉਂਕਿ ਇੱਥੇ ਸਾਰੇ ਬੱਚੇ ਇੰਗਲਿਸ਼ ਬੋਲਦੇ ਨੇ। ਸਾਨੂੰ ਲੱਗਦਾ ਹੈ ਕਿ ਇੰਗਲਿਸ਼ ਬੋਲਦੇ ਨੇ ਤਾਂ ਸ਼ਾਇਦ ਉਹਨਾਂ ਦੀ ਲੈਂਗੁਏਜ, ਮਤਲਬ ਉਹਨਾਂ ਨੂੰ ਕੋਈ ਲੈਂਗੁਏਜ ਦੀ, ਜਦੋਂ ਤੁਸੀਂ ਦੇਖੋਗੇ ਲੋਕੀ ਕੋਚਿੰਗ ਕਰਾ ਰਹੇ ਨੇ ਬੱਚਿਆਂ ਨੂੰ ਮੈਥ ਦੀ, ਸਾਇੰਸਿਸ ਦੀ, ਹੋਰ ਚੀਜ਼ਾਂ ਦੀ, ਲੈਂਗੁਏਜ 'ਤੇ ਕੋਈ ਸਟ੍ਰੈਸ ਨਹੀਂ ਦਿੰਦਾ। ਲੈਂਗੁਏਜ 'ਤੇ ਸਟ੍ਰੈਸ ਨਹੀਂ ਦੇਣ ਕਰਕੇ ਪ੍ਰੋਬਲਮਸ ਆਉਂਦੀਆਂ ਨੇ। ਜਦੋਂ ਬੱਚੇ ਹਾਈ ਸਕੂਲ 'ਚ ਜਾਂਦੇ ਨੇ ਉੱਥੇ ਪ੍ਰੋਬਲਮਸ ਆਉਂਦੀਆਂ ਨੇ। ਲੇਟਰ ਔਨ ਹੁੰਦਾ ਕੀ ਹੈ ਕਿ ਜੇ ਬੱਚੇ ਦੀਆਂ ਲੈਂਗੁਏਜ ਸਕਿੱਲ ਸਟਰੋਂਗ ਹੋਣ ਤਾਂ ਉਹ ਬੱਚੇ ਨੂੰ ਸਾਰੇ ਸਬਜੈਕਟਸ, ਸਾਰੀਆਂ ਸਟਰੀਮਸ ਦੇ ਥਰੂ ਕੈਰੀ ਕਰਦੀਆਂ ਨੇ। ਚਾਈਲਡ ਕਿ ਜੇ ਬੱਚਾ ਚੰਗੀ ਤਰ੍ਹਾਂ ਆਪਣੇ ਆਪ ਨੂੰ ਐਕਸਪ੍ਰੈਸ ਨਹੀਂ ਕਰ ਸਕਦਾ, ਜਾਂ ਬੱਚੇ ਦੀਆਂ ਕਮਿਊਨੀਕੇਸ਼ਨ ਸਕਿੱਲਸ, ਮੈਂ ਕਹਿੰਦੀ ਹਾਂ ਕਿ ਕਮਿਊਨੀਕੇਸ਼ਨ ਸਕਿੱਲਸ ਇਜ਼ ਦ ਮੋਸਟ ਇੰਪੋਰਟੈਂਟ ਥਿੰਗ, ਮੋਸਟ ਇੰਪੋਰਟੈਂਟ ਥਿੰਗ। ਕਿਉਂਕਿ ਇੱਕ ਸਿੰਪਲ ਜਿਹਾ ਐਗਜ਼ਾਮਪਲ ਹੈ, ਮੈਨੂੰ ਇਹ ਐਗਜ਼ਾਮਪਲ ਮੈਂ ਜਨਰਲੀ ਇੰਡੀਆ 'ਚ ਦਿੰਦੀ ਹੁੰਦੀ ਸੀ, ਪਰ ਇੱਥੋਂ ਆਪਾਂ ਨੂੰ ਥੋੜ੍ਹਾ ਜਿਹਾ ਪਤਾ ਲੱਗਦਾ ਹੈ ਕਿ ਮੰਨ ਲਓ ਕਿ ਤੁਸੀਂ ਕਿਸੇ ਇੱਕ ਪੋਜੀਸ਼ਨ ਲਈ ਹਾਇਰਿੰਗ ਹੋ ਰਹੀ ਹੈ, ਤਾਂ 2 ਬੱਚੇ ਨੇ, 3 ਬੱਚੇ ਨੇ, 4 ਬੱਚੇ ਨੇ ਜਿਨ੍ਹਾਂ ਨੇ ਅਪਲਾਈ ਕੀਤਾ ਹੈ, ਤੇ ਉਹਨਾਂ ਦੀਆਂ ਕੁਆਲੀਫਿਕੇਸ਼ਨ ਸਾਰਿਆਂ ਦੀਆਂ ਸੇਮ ਨੇ, ਲੇਕਿਨ ਜਿਹਦੀਆਂ ਕਮਿਊਨੀਕੇਸ਼ਨ ਸਕਿੱਲਸ ਜ਼ਿਆਦਾ ਸਟਰੋਂਗ ਹੋਣਗੀਆਂ ਹਾਇਰ ਹੋਊਗਾ। ਬਿਲਕੁਲ, ਇਟ ਜਸਟ ਵਰਕਸ ਲਾਈਕ ਦੈਟ। ਮਤਲਬ ਉਹ ਚਾਹੇ ਤੁਸੀਂ ਇੱਥੇ ਲਾ ਲਓ ਚਾਹੇ ਉੱਥੇ ਲਾ ਲਓ, ਕਮਿਊਨੀਕੇਸ਼ਨ ਸਕਿੱਲ ਸਟਰੋਂਗ ਹੋਣਾ ਬਹੁਤ ਜ਼ਰੂਰੀ ਹੈ। ਇਹ ਬੱਚਿਆਂ ਨੂੰ ਡਿਵਾਈਸਿਸ ਤੋਂ ਬਾਹਰ ਕੱਢੋ। ਹਾਂਜੀ, ਤੇ ਇੱਥੇ ਜਦੋਂ ਆਪਾਂ ਇਹਨਾਂ ਦਾ ਕਹਿੰਦੇ ਕਿ 골ਡਨ ਪੀਰੀਅਡ ਸੀ, ਤੇ ਇਹਨਾਂ ਨੇ ਇੱਕ ਬੜੀ ਅੱਛੀ ਚੀਜ਼ ਉੱਥੇ ਇੰਜੋਏ ਕੀਤੀ ਕਿ ਸ਼ੀ ਵਾਜ਼ ਨੋਨ ਐਜ਼ ਗਿਲ ਮੈਮ, ਐਂਡ ਉਹ ਐਕਸਪੀਰੀਅੰਸ ਸ਼ੇਅਰ ਕਰੋ ਕਿ ਯੂ ਫੈਲਟ ਲਾਈਕ ਅ ਲਿਟਲ ਨਾਟ ਲਿਟਲ ਸੈਲਿਬ੍ਰਿਟੀ। ਮੈਂ ਉਹ ਚੀਜ਼ ਨੂੰ ਤਾਂ ਮਤਲਬ ਮੈਨੂੰ ਲੱਗਦਾ ਹੈ ਕਿ ਮੈਂ ਸ਼ਬਦਾਂ 'ਚ ਬਿਆਨ ਹੀ ਨਹੀਂ ਕਰ ਸਕਦੀ ਕਿ ਜਿੱਥੇ ਵੀ ਜਾਂਦੀ ਸੀ ਮੈਨੂੰ ਇੰਨੀ ਰਿਸਪੈਕਟ ਮਿਲਦੀ ਸੀ, ਇੰਨੀ ਰਿਸਪੈਕਟ ਮਿਲੀ ਹੈ, ਇੰਨੀ ਰਿਸਪੈਕਟ ਕਮਾਈ ਹੈ। ਮੈਨੂੰ ਲੱਗਦਾ ਹੈ ਕਿ ਸ਼ਾਇਦ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਟ੍ਰੈਜਰ ਉਹੀ ਹੈ ਕਿ ਜੋ ਇਹ ਬਹੁਤ ਵੱਡੀ, ਜਦੋਂ ਤੁਸੀਂ ਕਿਸੇ ਵੀ, ਜਦੋਂ ਤੁਸੀਂ ਕੁਛ ਵੀ ਅਚੀਵ ਕਰਦੇ ਹੋ, ਉਹਦਾ ਜਿਹੜਾ ਗੋਲ ਹੁੰਦਾ ਹੈ, ਕਦੀ ਪੈਸਾ ਹੁੰਦਾ ਹੈ, ਕਦੀ ਇੱਜ਼ਤ ਹੁੰਦੀ ਹੈ, ਪਰ ਉਹਨਾਂ ਤੋਂ ਉੱਤੇ ਇੱਕ ਹੁੰਦੀ ਕਿ ਸੈਂਸ ਆਫ ਅਕੰਪਲਿਸ਼ਮੈਂਟ, ਹੈ ਨਾ, ਕਿ ਉਹ ਇਹਨਾਂ ਨੇ ਉਹਦੇ ਵਿੱਚੋਂ ਪਾਈ, ਹੈ ਨਾ, ਐਂਡ ਯੂ ਆਰ ਗੋਇੰਗ ਟੂ ਟ੍ਰੈਜਰ ਦੈਟ ਆਲ ਯੋਰ ਲਾਈਫ। ਆਲ ਮਾਈ ਲਾਈਫ ਆਈ ਥਿੰਕ ਉਹੀ ਚੀਜ਼ ਹੈ ਜਿਹੜੀ ਮੈਂ ਆਪਣੀ ਬੇਟੀ ਨਾਲ ਵੀ ਇਹੀ ਗੱਲ ਸ਼ੇਅਰ ਕਰਦੀ ਹੁੰਦੀ ਹਾਂ ਵੀ ਮੈਂ ਪਤਾ ਨਹੀਂ ਜ਼ਿੰਦਗੀ 'ਚ ਆਪਾਂ ਕੀ ਖੋਨੇ ਆ ਤੇ ਕੀ ਪਾਉਨੇ ਆ, ਪਰ ਜਿਹੜੀਆਂ ਇਹ ਚੀਜ਼ਾਂ ਨੇ ਇਹੀ ਤੁਹਾਡੀ ਅਸਲੀ ਕਮਾਈ ਹੁੰਦੀ ਹੈ। ਕਿਉਂਕਿ ਮੈਂ ਛੋਟੀ ਜਿਹੀ ਗੱਲ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੂੰਗੀ ਮੀਕਾ ਭੈਣ ਜੀ ਤੇ ਦਰਸ਼ਕਾਂ ਨਾਲ ਵੀ, ਤੇ ਉਹ ਹੈਗੀ ਹੈ ਕਿ ਜਦੋਂ ਆਪਾਂ ਕਮਿਊਨੀਕੇਸ਼ਨ ਸਕਿੱਲਸ ਦੀ ਗੱਲ ਕਰਦੇ ਹਾਂ, ਮੈਨੂੰ ਉਹ ਗੱਲ ਯਾਦ ਆ ਗਈ ਕਿ ਮੇਰੇ ਕੋਲ ਇੱਕ ਵੈਨ ਆਈ ਵਾਜ਼ ਇਨ ਇੰਡੀਆ, ਉੱਥੇ ਦੀ ਗੱਲ ਕਰ ਰਹੀ ਹਾਂ, ਮੇਰੇ ਕੋਲ ਇੱਕ ਸਟੂਡੈਂਟ ਆਇਆ ਸੀਗਾ। ਉਹ he studied at Doon. Now Doon ਸਕੂਲ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਮਤਲਬ ਕਿਹੜਾ ਸਕੂਲ ਹੈ, ਕਿੱਥੇ ਹੈ, ਐਂਡ ਕਿਸ ਤਰ੍ਹਾਂ ਦੀ, ਤੇ ਉੱਥੇ ਕਿਸੇ ਨੂੰ ਇੰਗਲਿਸ਼ ਦੀ ਪ੍ਰੋਬਲਮ ਨਹੀਂ ਹੈ, ਬਿਲਕੁਲ ਨਹੀਂ ਆ ਸਕਦੀ। ਲੈਂਗੁਏਜ ਸਕਿੱਲਸ ਤਾਂ ਮਤਲਬ ਦੇ ਹੈਵ ਟੂ ਬੀ ਐਕਸਲੈਂਟ, ਰਾਈਟ, ਸੋ ਦੈਟਸ ਅ ਗਿਵਨ। ਲੇਕਿਨ ਮੇਰੇ ਕੋਲ ਉਹ ਸਟੂਡੈਂਟ, ਉਹ ਇੰਗਲੈਂਡ ਮੂਵ ਹੋ ਗਿਆ ਸੀਗਾ ਤੇ UK 'ਚ ਉਹਨੇ, ਮੇਰਾ ਖਿਆਲ ਹੈ ਕਿ 1 ਸਾਲ ਕਿਸੇ ਚੰਗੀ ਕੰਪਨੀ 'ਚ ਕੰਮ ਕੀਤਾ, ਤੇ ਉਸ ਤੋਂ ਬਾਅਦ ਜਦੋਂ ਗਰਮੀਆਂ ਦੇ ਦਿਨ ਆਏ ਤਾਂ ਹੀ ਗੇਵ ਮੀ ਅ ਕਾਲ। ਮੈਨੂੰ ਕਹਿੰਦਾ, ਗਿਲ ਮੈਮ ਮੈਂ ਇੰਡੀਆ ਆਉਣਾ ਚਾਹੁੰਦਾ, ਤੇ ਮੈਂ ਤੁਹਾਡੇ ਕੋਲ ਟਾਈਮ ਹੈਗਾ, ਮੈਨੂੰ ਤੁਹਾਡੇ ਤੋਂ ਕਲਾਸਿਸ ਚਾਹੀਦੀਆਂ ਨੇ। ਆਈ ਵਾਜ਼ ਰੀਅਲੀ ਟੇਕਨ ਅਬੈਕ, ਆਈ ਵਾਜ਼ ਲਾਈਕ ਹਾਊ ਕਮ। ਮੈਂ ਵੈਸੇ ਹੀ ਮੈਂ ਸੋਚਿਆ ਸ਼ਾਇਦ ਉੱਦਾਂ ਹੀ ਹੱਸਦੇ ਜਿਵੇਂ ਬੱਚੇ ਤੁਹਾਡੇ ਨਾਲ ਕਨੈਕਟ ਕਰਦੇ ਨੇ, ਤੇ ਬਟ ਹੀ ਐਕਚੁਅਲੀ ਕੇਮ ਬੈਕ ਟੂ ਇੰਡੀਆ ਟੂ ਸਟੱਡੀ ਫॉर 3 months। ਤੇ ਕੋਰ ਪ੍ਰੋਬਲਮ ਕੀ ਸੀਗੀ, ਉਹ ਜਿਹਦੇ ਪਿੱਛੇ ਬੱਚੇ ਨੂੰ ਕੋਚਿੰਗ ਚਾਹੀਦੀ ਸੀ, ਉਹ ਇਹ ਸੀਗੀ ਕਿ ਉਹ ਕਹਿੰਦਾ ਕਿ ਜਿਹੜੀ ਕੰਪਨੀ 'ਚ ਮੈਂ ਕੰਮ ਕਰਦਾ ਉੱਥੇ ਹਰ ਚੀਜ਼, ਆਲ ਕਾਈਂਡਸ ਆਫ ਕਮਿਊਨੀਕੇਸ਼ਨ ਟੇਕਸ ਪਲੇਸ ਥਰੂ ਈਮੇਲ, ਜੋ ਕਿ ਆਪਣੇ ਇੱਥੇ ਵੀ ਹਰ ਜਗ੍ਹਾ ਹੁਣ ਅੱਜ ਕੱਲ੍ਹ ਈਮੇਲ ਦੇ ਥਰੂ ਹੀ ਹਰ ਚੀਜ਼ ਹੁੰਦੀ ਹੈ। ਸੋ ਕਹਿੰਦਾ ਕਿ ਕੋਈ ਵੀ ਅਸੀਂ ਮੇਕਿੰਗ ਐਂਡ ਬ੍ਰੇਕਿੰਗ ਆਫ ਡੀਲਸ ਐਂਡ ਐਵਰੀਥਿੰਗ ਇਜ਼ ਡਨ ਥਰੂ ਈਮੇਲ। ਤੇ ਪ੍ਰੋਬਲਮ ਕੀ ਹੈ, ਪ੍ਰੋਬਲਮ ਇਹ ਹੈ ਕਿ ਜਦੋਂ ਮੈਂ ਕੰਪਿਊਟਰ ਖੋਲ੍ਹਦਾ ਤੇ ਲੋਕੀ ਚੰਗੀਆਂ ਈਮੇਲਸ ਲਿਖ ਕੇ ਕਮਿਊਨੀਕੇਟ ਕਰਕੇ ਤੇ ਆਪਣਾ ਕੰਮ ਕਰ ਲੈਂਦੇ ਨੇ, ਬਟ ਮੈਂ ਇੱਕ ਤਰ੍ਹਾਂ ਆਪਣੇ ਆਪ ਨੂੰ ਥੋੜ੍ਹਾ ਜਿਹਾ ਲੌਸਟ ਫੀਲ ਕਰਦਾ ਇਸ ਚੀਜ਼ 'ਤੇ, ਕਿਉਂਕਿ ਜਦੋਂ ਮੈਂ ਲੈਪਟਾਪ ਖੋਲ੍ਹਦਾ ਤੇ ਮੈਂ ਈਮੇਲ ਡਰਾਫਟ ਕਰਨੀ ਸ਼ੁਰੂ ਕਰਦਾ ਤੇ ਮੈਂ ਆਈ ਜਸਟ ਫਰੀਜ਼ ਬਿਕੋਜ਼ ਮੈਨੂੰ ਸਮਝ ਨਹੀਂ ਆਉਂਦਾ ਮੈਂ ਲਿਖਣਾ ਕੀ ਹੈ। ਸੋ ਇਹ ਇੱਕ ਬਹੁਤ ਵੱਡੀ ਪ੍ਰੋਬਲਮ ਹੈ, ਐਂਡ 3 months 'ਚ ਅਸੀਂ ਇੰਨੀ ਇੰਟੈਂਸਿਵ
ਟ੍ਰੇਨਿੰਗ ਕੀਤੀ ਮੈਂ the two of us worked with each other for 3 months ਤੇ ਮੇਰੇ ਕੋਲ ਹਰ ਸ਼ਾਮ ਨੂੰ ਅਸੀਂ 3-4 ਘੰਟੇ ਸਪੈਂਡ ਕਰਦੇ ਹੁੰਦੇ ਸੀ. we used to do code writing skills. ਤੇ 3 months ਬਾਅਦ he felt very empowered. ਤੇ I'm still in touch with him and I'm still in touch with all my students, ਮੇਰੇ students US, Canada ਤੇ Australia, across the globe. ਬਹੁਤ ਕਮਾਈ ਕੀਤੀ ਹੈ ਇਸ ਚੀਜ਼, ਮਤਲਬ ਮੈਂ ਕਹਿੰਦੀ ਹਾਂ ਕਿ ਇੱਕ ਕਹਿੰਦੇ ਰੂਹਾਨੀ ਕਮਾਈ ਜਿਹਨੂੰ ਕਹਿੰਦੇ ਨੇ. ਇੱਥੇ ਨਾ ਮੈਂ ਇੱਕ ਜੋਕ, ਦੇਖੋ ਇਹ ਕਿੰਨੇ ਅੱਛੇ ਟੀਚਰ ਰਹੇ ਕਿ ਉਹ UK ਤੋਂ ਇਹਨਾਂ ਕੋਲ ਪੜ੍ਹਨ ਲਈ ਆਏ, ਜਾਂ ਜਿਹੜੇ ਵੀ ਇੱਥੇ ਪੜ੍ਹ ਕੇ ਇਹਨਾਂ ਤੋਂ ਉਹ ਸਾਰੀ ਉਮਰ ਸਤਿੰਦਰ ਹੋਰਾਂ ਨੂੰ ਯਾਦ ਰੱਖਣਗੇ, ਜਦੋਂ ਵੀ ਕਦੀ ਆਪਣੀਆਂ ਕਾਮਯਾਬੀਆਂ ਨੂੰ ਯਾਦ ਕਰਨਗੇ, ਇਹਨਾਂ ਨੂੰ ਯਾਦ ਕਰਨਗੇ. ਇੱਥੇ ਨਾ ਮੈਂ ਇੱਕ ਜੋਕ ਸ਼ੇਅਰ ਕਰੂੰਗੀ, ਤੇ ਉਹ ਕੀ ਹੈ ਕਿ ਇੱਕ ਵਾਰੀ ਇੱਕ ਬੰਦਾ ਜਾਂਦਾ ਹੈ ਇਹਦੇ ਕੋਲ, ਚਟਕਈ ਕੋਲ, ਉਹਨੂੰ ਕਹਿੰਦਾ ਮੈਨੂੰ ਬੱਕਰੇ ਦਾ ਮੀਟ ਦੇ ਦੇ. ਉਹ ਕਹਿੰਦਾ ਹੈ ਵੀ ਬੱਕਰੇ ਦਾ, ਖਲੋਜੋ ਮਾਸਟਰ ਜੀ ਮੈਂ ਤੁਹਾਨੂੰ ਵਧੀਆ ਬੱਕਰੇ ਦਾ ਮੀਟ ਦੇਣਾ. ਉਹ ਕਹਿੰਦਾ ਤੂੰ ਮੈਨੂੰ ਜਾਣਦਾ ਹੈ? ਕਹਿੰਦਾ ਹਾਂ ਮੈਂ ਤੁਹਾਡੇ ਕੋਲ ਪੜ੍ਹਿਆ ਹੋਇਆ ਹੈ. ਤੇ ਉਹ ਕਹਿੰਦਾ ਕਿ ਵੀ ਇਸ ਤੋਂ ਪਹਿਲਾਂ ਜਦੋਂ ਉਹਦੇ ਕੋਲ ਆਉਂਦੇ ਨੇ ਨਾ, ਉਹ ਸਵੇਰੇ ਬੱਸ ਤੇ ਚੜ੍ਹਦੇ ਨੇ ਤੇ ਕੰਡਕਟਰ ਕਹਿੰਦਾ ਰਹਿਣ ਦਿਓ ਮਾਸਟਰ ਜੀ, ਮੈਂ ਤੁਹਾਡੇ ਕੋਲ ਪੜ੍ਹਿਆ ਹੋਇਆ, ਮੈਂ ਤੁਹਾਡੇ ਤੋਂ ਨਹੀਂ ਟਿਕਟ ਲੈਣੀ. ਅੱਗੇ ਰਿਕਸ਼ੇ ਵਾਲੇ ਕੋਲ ਜਾਂਦੇ ਨੇ, ਉਹ ਕਹਿੰਦਾ ਵੀ ਨਹੀਂ ਮਾਸਟਰ ਜੀ ਤੁਹਾਡੇ ਕੋਲੋਂ ਨਹੀਂ ਪੈਸੇ ਲੈਣੇ, ਮੈਂ ਤੁਹਾਡੇ ਕੋਲ ਪੜ੍ਹਿਆ ਹੋਇਆ. ਤੇ 2-3 ਐਵੇਂ ਦੇ ਉਹਨਾਂ ਨੂੰ ਸਟੂਡੈਂਟਸ ਮਿਲਦੇ ਨੇ ਕਿ ਜਿਹੜੇ ਕਿ ਅੱਛੀਆਂ, ਮਤਲਬ ਦੇ ਆਰ ਆਲ ਗੁੱਡ ਜੌਬਸ, ਬਟ ਉਹਨਾਂ ਨੂੰ ਲੱਗਦਾ ਹੈ ਕਿ ਵੀ ਇਹਨਾਂ ਨੇ ਪੜ੍ਹਿਆ ਨਹੀਂ, ਅੱਗੇ ਪੜ੍ਹਾਈ ਨੂੰ ਨਹੀਂ ਕੀਤਾ. ਤੇ ਜਦੋਂ ਸ਼ਾਮੀ ਝਟਕਈ ਕੋਲ ਆਉਂਦੇ ਨੇ, ਉਹ ਤੋਂ ਮੰਗਦੇ ਨੇ ਮੀਟ, ਤਾਂ ਉਹ ਕਹਿੰਦਾ ਵੀ ਮੈਂ ਤੁਹਾਨੂੰ ਵਧੀਆ ਮੀਟ ਦਿੰਦਾ ਵਾਂ ਕਿਉਂਕਿ ਮੈਂ ਤੁਹਾਡੇ ਕੋਲ ਪੜ੍ਹਿਆ ਹੋਇਆ. ਤੇ ਮਾਸਟਰ ਜੀ ਕਹਿੰਦੇ ਨੇ ਮੈਂ ਇੰਨਿਆਂ ਦੀ ਜ਼ਿੰਦਗੀ ਗਾਲਤੀ, ਮੈਨੂੰ ਇਹ ਮੀਟ ਦੇ ਦੇ, ਮੈਂ ਇਹ ਵੀ ਗਾਲ ਲੂੰਗਾ. ਸੋ ਇੱਥੇ ਜੋ ਆਪਾਂ ਪਹਿਲਾਂ ਸ਼ੁਰੂ 'ਚ ਗੱਲ ਕੀਤੀ ਸੀ ਕਿ ਐਜੂਕੇਟਰ ਜਿਹੜਾ ਹੁੰਦਾ ਨਾ, ਉਹਦੇ ਤੇ ਬੜਾ ਡਿਪੈਂਡ ਕਰਦਾ. ਯੂ ਕੁਡ ਹੈਵ ਟੇਕਨ ਇਟ ਕਿ ਮੇਰੇ ਕੋਲ ਘੰਟਾ ਆਵੇ ਤੇ ਮੈਂ ਇਹਨੂੰ ਪੜ੍ਹਾਵਾਂ ਤੇ ਚਲਾ ਜਾਏ, ਅੱਗੋਂ ਇਹਦੀ ਕਿਸਮਤ ਹੈ. ਬਟ ਨੋ, ਦੋਜ਼ 2-3 ਆਵਰਸ ਐਵਰੀ ਡੇ ਦੈਟ ਯੂ ਸਪੈਂਟ, ਉਹਦੇ ਤੇ ਉਹਨੂੰ ਕਿੰਨਾ ਫਾਇਦਾ ਹੋਇਆ. ਇਹ ਸਾਰੇ ਬੱਚਿਆਂ ਨੂੰ ਤੁਸੀਂ ਇੱਕ ਪਰਸਨਲ ਐਫਰਟ ਨਾਲ ਪੜ੍ਹਾਇਆ, ਉਹਦਾ ਇੱਕ ਬਹੁਤ ਹੀ ਅੱਛਾ ਉਹਨਾਂ ਦੀ ਜ਼ਿੰਦਗੀ ਤੇ ਅਸਰ ਰਹੇਗਾ. ਇਹ ਜਿਹੜੀ ਚੀਜ਼ ਹੈ ਇਹ ਤੁਹਾਡੀ ਪੈਸ਼ਨ ਤੋਂ ਬਿਨਾਂ ਨਹੀਂ ਹੋ ਸਕਦੀ. ਜੇ ਤੁਸੀਂ ਇਹਨੂੰ ਕਮਰਸ਼ੀਅਲ ਉਹਦੇ ਤੇ ਸੋਚੋਗੇ, ਫਿਰ ਇਫ ਯੂ ਨੋ ਇਟ ਡਸਨਟ ਵਰਕ ਦੈਟ ਵੇ. ਯੂ ਹੈਵ ਟੂ ਬੀ ਕੰਪਲੀਟਲੀ ਪੈਸ਼ਨੇਟ ਅਬਾਊਟ ਇਟ. ਐਂਡ ਬੱਚਿਆਂ ਨਾਲ ਤੁਸੀਂ ਜਦੋਂ ਤੁਸੀਂ ਬੱਚਿਆਂ ਨਾਲ ਕੰਮ ਕਰਦੇ ਹੋ ਤਾਂ ਇੱਕ ਇਹੀ ਚੀਜ਼ ਹੈ ਵੀ ਹੁਣ ਕਲਾਸਰੂਮ ਸਾਈਜ਼ਸ, ਇਵਨ ਸਕੂਲ 'ਚ ਵੀ ਆਪਾਂ ਛੋਟੇ ਕਲਾਸਰੂਮ ਸਾਈਜ਼ਸ ਕਿਉਂ ਕਹਿੰਦੇ ਆ, ਤਾਂ ਕਿ 1-on-1 ਅਟੈਂਸ਼ਨ ਮਿਲੇ. ਯੂ ਹੈਵ ਟੂ ਕਸਟਮਾਈਜ਼. ਇੱਕ ਬੱਚੇ ਨਾਲ ਤੁਹਾਨੂੰ ਆਪਣੇ ਬੱਚੇ ਨਾਲ ਲੈਸਨਸ ਕਸਟਮਾਈਜ਼ ਕਰਨੇ ਪੈਂਦੇ ਨੇ, ਕਿਉਂਕਿ ਜਿਹੜੀ ਰਿਕੁਆਇਰਮੈਂਟ ਇੱਕ ਬੱਚੇ ਦੀ ਹੈ ਉਹ ਦੂਸਰੇ ਦੀ ਨਹੀਂ ਹੈ, ਜਿਹੜੀ ਦੂਸਰੇ ਦੀ ਹੈ ਉਹ ਤੀਸਰੇ ਦੀ ਨਹੀਂ ਹੈ. ਸੋ ਇਟਸ ਡਿਫਰੈਂਟ. ਹਰ ਬੱਚਾ ਇੱਕ ਹੋਰ ਅਲੱਗ ਤਰੀਕੇ ਨਾਲ ਸਿੱਖਦਾ ਹੈ. ਸੋ ਤੁਹਾਨੂੰ ਉਸ ਚੀਜ਼ ਨੂੰ ਪਿਨ ਪੁਆਇੰਟ ਕਰਨਾ ਪੈਂਦਾ ਹੈ ਕਿ ਬੱਚੇ ਨੂੰ ਟੀਚ ਕਿੱਦਾਂ ਕਰਨਾ ਹੈ, ਕਿ ਉਹਦਾ ਬੈਸਟ ਲਰਨਿੰਗ ਮੈਥਡ ਕੀ ਹੈ. You have to like tune in with him, right, or her, and you have to connect with the child. ਹਰ ਇੱਕ ਦਾ ਕਹਿੰਦੇ ਕੋਈ ਕਿਸ ਤਰ੍ਹਾਂ, ਕੋਈ ਦੇਖ ਕੇ ਲਰਨ ਕਰਦਾ ਹੈ, ਕੋਈ ਲਿਖ ਕੇ ਕਰਦਾ ਹੈ, ਕੋਈ ਸੁਣ ਕੇ ਕਰਦਾ ਹੈ. ਸੋ ਅਡੈਪਟ ਕਰਕੇ ਉਹਦਾ ਤਰੀਕਾ ਉਹਦੇ ਨਾਲ ਉਵੇਂ ਉਹਨੂੰ ਟੀਚ ਕਰਨਾ. ਸੋ ਇਹਦੇ ਜਿੱਥੇ ਕਿ ਇਹਨਾਂ ਨੇ ਬਹੁਤ ਜ਼ਿੰਦਗੀਆਂ ਦੇ ਵਿੱਚ ਇੰਨਾ ਯੋਗਦਾਨ ਪਾਇਆ, ਉਹਨਾਂ ਨੂੰ ਪੈਰਾਂ ਤੇ ਖਿਲਾਰਿਆ. ਇਹਨਾਂ ਦੇ ਆਪਣੀ ਵੀ ਬੇਟੀਆ ਮੈਕ ਜਿਹਦਾ ਨਾਮ ਹੈ, ਹੁਣ ਕਿਉਂਕਿ ਮੈਕ ਦੀ ਜਿਹੜੀ ਮੁੱਢਲੀ ਐਜੂਕੇਸ਼ਨ ਸੀ ਉਹ ਇੰਡੀਆ ਚੱਲਦੀ ਰਹੀ ਨਾਲ ਦੀ ਨਾਲ, ਬਟ ਫਿਰ ਉਹ ਵੱਡੇ ਹੋ ਗਏ. ਦੈਨ ਤੁਸੀਂ ਆਪ ਦੱਸੋ ਕਿ ਯੂ ਮੂਵਡ ਬੈਕ. ਹਾਂਜੀ, ਆਈ ਮੂਵਡ ਬੈਕ ਕਿਉਂਕਿ ਬੇਟੀ ਨੇ ਹਾਈ ਸਕੂਲ ਸਟਾਰਟ ਕਰਨਾ ਸੀਗਾ ਤੇ ਹੁਣ ਸ਼ੀ ਇਜ਼ ਰੈਡੀ ਫॉर ਯੂਨੀਵਰਸਿਟੀ. ਐਂਡ ਲੱਗਦਾ ਹੁੰਦਾ ਹੈ ਕਿ ਮੈਂ ਹਮੇਸ਼ਾ ਕਹਿੰਦੀ ਹੁੰਦੀ ਹਾਂ ਲੈਂਗੁਏਜ ਸਕਿੱਲਸ ਇੰਨੀਆਂ ਵਧੀਆ ਨਹੀਂ ਹੈਗੀਆਂ, ਕਿਉਂਕਿ ਮੈਨੂੰ ਲੱਗਦਾ ਕਿ ਅਸੀਂ ਆਪਣੇ ਬੱਚਿਆਂ ਨੂੰ ਲੈ ਕੇ ਥੋੜ੍ਹੇ ਜਿਹੇ ਜ਼ਿਆਦਾ ਕ੍ਰਿਟੀਕਲ ਹੋ ਜਾਂਦੇ ਹਾਂ. ਪਰ ਜਿਵੇਂ ਹੁਣ ਕੱਲ ਪਰਸੋਂ ਮੈਂ ਨੋਟ ਕਰ ਰਹੀ ਸੀ, ਕੁਝ ਲਿਖ ਰਹੀ ਸੀ ਤੇ ਮੈਂ ਵੈਸੇ ਹੀ ਚੁੱਕ ਕੇ ਪੜ੍ਹਿਆ ਤੇ ਮੈਨੂੰ ਲੱਗਿਆ ਕਿ ਨਹੀਂ, ਬਾਕੀ ਕੁਝ ਨਾ ਕੁਝ ਬੱਚੇ ਰੰਗਤ ਹੈ ਜੀ. ਹਾਂਜੀ, ਤੇ ਬਾਕੀ ਤੇ ਆਫ ਕੋਰਸ ਇਟ ਡਿਪੈਂਡਸ ਔਨ ਦ ਚਾਈਲਡ, ਹੈ ਨਾ. ਬੱਚੇ ਕਿਸ ਤਰ੍ਹਾਂ ਲੈਂਦੇ ਨੇ, ਕਿੱਧਰ ਨੂੰ ਜਾਂਦੇ ਨੇ, ਤੇ ਉਹਨਾਂ ਦੇ ਚੋਜ਼ਨ ਫੀਲਡਸ ਕੀ ਨੇ, ਕਿਉਂਕਿ ਹੁਣ ਟਾਈਮਸ ਹੈਵ ਚੇਂਜਡ. ਹਾਂਜੀ, ਤੇ ਇੱਥੇ ਆਪਾਂ ਇੱਕ ਹੋਰ ਬ੍ਰੇਕ ਲੈਂਦੇ ਹਾਂ ਜਿੱਥੇ ਅਸੀਂ ਇਹਨਾਂ ਦੀ ਇੰਡੀਆ ਦੀ ਲਾਈਫ, ਫਿਰ ਕੈਨੇਡਾ ਦੀ, ਤੇ ਫਿਰ ਦੁਬਾਰਾ ਆ ਕੇ ਆਪਾਂ ਇਹਨਾਂ ਦੀ ਕੈਨੇਡਾ ਦੀ ਲਾਈਫ ਬਾਰੇ ਗੱਲ ਕਰਾਂਗੇ. ਇੱਥੇ ਲੈਂਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ.
ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਸਵਾਗਤ ਹੈ ਪ੍ਰੋਗਰਾਮ ਉਡਾਨ ਦੇ ਵਿੱਚ ਤੇ ਆਓ ਆਪਾਂ ਅੱਗੇ ਗੱਲਬਾਤ ਨੂੰ ਤੋਰਦੇ ਹਾਂ। ਕਿਵੇਂ ਸਤਿੰਦਰ ਹੁਰੀ ਪਹਿਲਾਂ ਇਹ ਇੰਡੀਆ ਰਹੇ, ਫਿਰ ਕੈਨੇਡਾ ਆਏ ਤੇ ਫਿਰ ਇੰਡੀਆ ਜਾ ਕੇ ਇਹਨਾਂ ਨੇ ਮੱਲਾਂ ਮਾਰੀਆਂ, ਆਪਣੇ ਡ੍ਰੀਮਸ ਪੂਰੇ ਕੀਤੇ ਤੇ ਇਹਨਾਂ ਨੇ ਜਿਹੜੀ ਆਪਣੀ ਉਡਾਨ ਦਾ ਸਭ ਤੋਂ ਲੰਬਾ ਸਫ਼ਰ ਤੇ ਸਭ ਤੋਂ ਜਿਹੜਾ ਇਹਨਾਂ ਦਾ ਮਨ ਭਾਉਂਦਾ ਸਫ਼ਰ ਉਹ ਇੰਡੀਆ ਦੇ ਵਿੱਚ ਰਿਹਾ, ਜਿੱਥੇ ਕਿ ਇੱਕ ਮਿੰਨੀ ਸੈਲੀਬ੍ਰਿਟੀ ਐਜ਼ ਗਿਲ ਮੈਮ ਸ਼ੀ ਵਾਜ਼ ਨੋਨ। ਤੇ ਇਹਨਾਂ ਨੂੰ ਜਦੋਂ ਕਿਸੇ ਨੇ ਸਕੂਲ ਸ਼ੁਰੂ ਕਰਨਾ ਹੁੰਦਾ ਸੀ ਇਹਨਾਂ ਨੂੰ ਲੱਭਿਆ ਜਾਂਦਾ ਸੀ, ਇਹਨਾਂ ਨੂੰ ਅਪਰੋਚ ਕੀਤੀ ਜਾਂਦੀ ਸੀ, ਇਹਨਾਂ ਦੀਆਂ ਕੰਡੀਸ਼ਨਸ ਤੇ ਇਹਨਾਂ ਨੂੰ ਹਾਇਰ ਕੀਤਾ ਜਾਂਦਾ ਸੀਗਾ। ਸੋ ਇੱਕ ਬਹੁਤ ਅੱਛੀ ਅਚੀਵਮੈਂਟ ਹੁੰਦੀ ਹੈ। ਇੱਕ ਤਾਂ ਹੁੰਦਾ ਤੁਸੀਂ ਜੌਬ ਲੱਭਦੇ ਹੋ ਜਾਂ ਕੁਝ ਕਰਦੇ ਹੋ ਤੇ ਅਗਲਾ ਤੁਹਾਨੂੰ ਕੀ ਆਫਰ ਕਰਦਾ, ਇੱਕ ਹੁੰਦਾ ਕਿ ਤੁਸੀਂ ਆਪਣੀਆਂ ਕੰਡੀਸ਼ਨਸ ਤੇ ਜਾਣਾ, ਇਹ ਬਹੁਤ ਅੱਛੀ ਸੈਟਿਸਫੈਕਸ਼ਨ ਹੁੰਦੀ ਹੈ। ਸੋ ਇਹਨਾਂ ਨੇ ਉਹਨੂੰ ਅਚੀਵ ਕੀਤਾ ਆਪਣੀ ਮਿਹਨਤ ਦੇ ਨਾਲ ਤੇ ਉਹਨੂੰ ਕਿਵੇਂ ਇਹਨਾਂ ਨੇ ਉੱਥੇ ਸਾਕਾਰ ਕੀਤਾ। ਸੋ ਆਓ ਹੁਣ ਆਪਾਂ ਗੱਲ ਨੂੰ ਅੱਗੇ ਤੋਰਦੇ ਹਾਂ ਕਿ ਇਹਨਾਂ ਨੇ ਕੈਨੇਡਾ ਦੇ ਵਿੱਚ ਜਦੋਂ ਤੁਸੀਂ ਵਾਪਸ ਆ ਗਏ ਸਤਿੰਦਰ, ਸੋ ਤੁਸੀਂ ਹੁਣ ਇੱਥੇ ਕੀ ਆਪਣਾ ਡ੍ਰੀਮ ਪੂਰਾ ਕਰਨ ਦੇ ਵਿੱਚ ਕੀ ਕਰ ਰਹੇ ਹੋ? ਹਾਂਜੀ, ਮੈਂ ਇੱਥੇ ਵੀ ਇਹੀ ਕਹਿੰਦੀ ਹਾਂ ਕਿ ਮੈਨੂੰ ਮੇਰਾ ਪ੍ਰਾਈਮ ਫੋਕਸ ਤਾਂ ਜ਼ਿੰਦਗੀ ਦਾ ਹੀ ਹੈ ਕਿ ਮੈਂ ਐਜੂਕੇਟਰ। ਹਾਂਜੀ ਮੈਂ ਥੋੜਾ ਜਿਹਾ ਆਪਣੀ ਮੈਨੂੰ ਹੈ ਕਿ ਬੱਚੇ ਜਿਹੜੇ ਬੱਚੇ ਹਾਈ ਸਕੂਲ 'ਚ ਹੈਗੇ ਨੇ ਰੈਡੀ ਫॉर द ਨੈਕਸਟ ਫੇਜ਼ ਆਫ देयर ਲਾਈਫ, ਮੈਂ ਇੱਕ ਬਹੁਤ ਇੰਪੋਰਟੈਂਟ ਮੈਸੇਜ ਦੇਣਾ ਚਾਹੂੰਗੀ ਪੇਰੈਂਟਸ ਨੂੰ, ਕਿਉਂਕਿ ਸਾਡੇ ਬੱਚੇ, ਮੈਂ ਇੱਕ ਚੀਜ਼ ਦੇਖੀ ਹੈ ਇੱਥੇ, ਆਈ ਡੋਂਟ ਨੋ ਤੁਸੀਂ, ਮੈਨੂੰ ਲੱਗਦਾ ਕਿ ਬਹੁਤ ਸਾਰੇ ਪੇਰੈਂਟਸ ਜਿਨ੍ਹਾਂ ਨਾਲ ਵੀ ਮੈਂ ਇੱਥੇ ਗੱਲ ਕਰਦੀ ਹਾਂ ਉਸ ਚੀਜ਼ ਨਾਲ ਅਗਰੀ ਕਰਦੇ ਨੇ ਕਿ ਇੱਥੇ ਸਾਡੇ ਬੱਚਿਆਂ ਨੂੰ ਥੋੜਾ ਜਿਹਾ, ਬੱਚਿਆਂ ਕੋਲ ਫੈਸਿਲਿਟੀਜ਼ ਸਾਰੀਆਂ ਨੇ, ਤੁਹਾਡਾ ਜਿਹੜਾ ਸਾਰਾ ਫੋਕਸ ਹੈ ਉਹ ਇਸ ਚੀਜ਼ ਤੇ ਲੱਗਿਆ ਹੋਇਆ ਕਿ ਇਹਨਾਂ ਦੀ ਜ਼ਿੰਦਗੀ ਬਿਹਤਰ ਬਣ ਜਾਏ, ਪਰ ਬੱਚੇ ਉਸ ਚੀਜ਼ ਦੀ ਐਡਵਾਂਟੇਜ ਨਹੀਂ ਲੈਂਦੇ। ਇਹ ਬਹੁਤ ਵੱਡੀ ਐਗਜ਼ੈਕਟਲੀ ਬਹੁਤ ਹੈ ਨਾ। ਤੇ ਮਤਲਬ ਮੈਨੂੰ ਇਹ ਲੱਗਦਾ ਹੁੰਦਾ ਕਿ ਜੇ ਉਹਦੀ ਫੁੱਲ ਐਡਵਾਂਟੇਜ ਲਈ ਜਾਏ ਤਾਂ ਆਪਣੇ ਬੱਚੇ ਸ਼ਾਇਦ ਜ਼ਿੰਦਗੀ 'ਚ ਹਰ ਤਰ੍ਹਾਂ ਦੇ ਇਮੋਸ਼ਨਲ ਫਾਈਨੈਂਸ਼ੀਅਲ ਵੈਲਬੀਇੰਗ ਸਾਡੇ ਬੱਚਿਆਂ ਦੀ ਗਾਰੰਟੀ ਹੋਵੇ। ਕਿਉਂਕਿ ਜੇ ਅਸੀਂ ਥੋੜਾ ਜਿਹਾ ਉਸ ਚੀਜ਼ ਵੱਲ ਧਿਆਨ ਦਈਏ, ਕਿਉਂਕਿ ਸਾਡੇ ਬੱਚੇ ਕੀ ਹੈ ਕਿ ਮੰਨ ਲਓ ਔਰ ਜੌਬਸ ਕਰਨ ਲੱਗ ਗਏ ਤੇ ਉੱਥੇ ਵਿੱਚ ਹੀ ਸੁਪਰਵਾਈਜ਼ਰ ਬਣ ਗਏ ਜਾਂ ਕੁਛ ਹੋ ਗਿਆ ਤੇ ਫਿਰ ਅਸੀਂ ਕਹਿੰਦੇ ਹਾਂ ਉਹਨਾਂ ਦੀ ਪੜ੍ਹਾਈ ਰੁਕ ਜਾਂਦੀ ਹੈ। ਬੱਚੇ ਨੂੰ ਹੁੰਦਾ ਕਿ ਨਹੀਂ ਜੀ ਇੰਨੇ ਡਾਲਰਸ ਘੰਟੇ ਦੇ ਬਣ ਰਹੇ ਨੇ ਤੇ ਦੈਟਸ ਗੁੱਡ ਇਨਫ। ਪਰ ਮੈਨੂੰ ਲੱਗਦਾ ਹੈ ਕਿ ਸਾਨੂੰ ਬੱਚਿਆਂ ਨੂੰ ਥੋੜਾ ਜਿਹਾ ਗਾਈਡ ਕਰਨਾ ਚਾਹੀਦਾ ਹੈ ਟੂਵਰਡਸ ਹੈਵਿੰਗ ਅ ਕਰੀਅਰ, ਕਿਉਂਕਿ ਜੋ ਅਸੀਂ ਉਸ ਲੈਵਲ ਤੇ ਦੇਖਦੇ ਹਾਂ ਲੇਕਿਨ ਉਸ ਚੀਜ਼ ਦਾ ਜਿਹੜਾ ਉਹ ਹੈਗਾ, ਜਿਹੜੇ ਕਹਿੰਦੇ ਨਹੀਂ ਹੁੰਦੇ ਕਿ ਰੀਪਿੰਗ ਦ ਬੈਨੀਫਿਟਸ ਆਫ ਸਮਥਿੰਗ, ਉਸ ਚੀਜ਼ ਦਾ ਉਹਨਾਂ ਨੂੰ ਅੱਜ ਤੋਂ 10 ਸਾਲ ਬਾਅਦ ਪਤਾ ਚੱਲੇਗਾ। ਆਪਾਂ ਨੇ ਤਾਂ ਰਹਿਣਾ ਨਹੀਂ ਸਾਰੀ ਜ਼ਿੰਦਗੀ ਬੱਚਿਆਂ ਦੇ ਨਾਲ, ਹੈ ਨਾ। ਲੇਕਿਨ ਬੱਚੇ ਸਾਡੇ ਜੇ ਚੰਗੇ ਕਰੀਅਰ 'ਚ ਹੋਣਗੇ, ਉਹਨਾਂ ਦਾ ਲਾਈਫ ਸਟਾਈਲ ਡਿਫਰੈਂਟ ਹੋਊਗਾ, ਉਹਨਾਂ ਦੀ ਉੱਠਣੀ ਬੈਠਣੀ, ਉਹਨਾਂ ਦਾ ਗੱਲ ਕਰਨ ਦਾ ਤਰੀਕਾ ਮੇਰੇ ਹਿਸਾਬ ਨਾਲ ਬਹੁਤ ਇੰਪੋਰਟੈਂਟ ਹੈ ਤੇ ਉਹ ਅਗਲੀ ਜਨਰੇਸ਼ਨ ਨੂੰ ਐਮਪਾਵਰ ਕਰ ਸਕਣਗੇ ਜੇ ਆਪਾਂ ਥੋੜਾ ਜਿਹਾ ਸਹੀ ਰਸਤਾ ਦੇ ਪਾਈਏ ਉਹਨਾਂ ਨੂੰ। ਹਾਂਜੀ, ਜਦੋਂ ਅਸੀਂ ਗੱਲ ਕਰ ਰਹੇ ਸੀ ਸਤਿੰਦਰ ਤੇ ਅਸੀਂ ਫੋਕਸ ਕਰ ਰਹੇ ਸੀ ਕਿ ਸਾਡੀ ਜਿਹੜਾ ਪ੍ਰੋਗਰਾਮ ਦਾ ਮੈਸੇਜ ਉਹ ਰਹੇਗਾ ਲੈਂਗੁਏਜ ਦਾ ਕਿੰਨਾ ਇੰਪੋਰਟੈਂਸ ਹੈ ਲਾਈਫ ਦੇ ਵਿੱਚ, ਤੇ ਇਹਨੂੰ ਜਿਹੜੀਆਂ ਆਪਣੀਆਂ ਉਸ ਤੋਂ ਬਾਅਦ ਹੁੰਦਾ ਹੈ ਕਿ ਲੇਡੀਜ਼ ਆਪਣੇ ਬੱਚਿਆਂ ਦੀ ਜ਼ਿੰਦਗੀ ਦੇ ਵਿੱਚ ਕਿਵੇਂ ਇੱਕ ਇਹ ਚੀਜ਼ ਪੈਦਾ ਕਰ ਸਕਣ ਕਿ ਵੀ ਉਹਨਾਂ ਦੀ ਅਪਬ੍ਰਿੰਗਿੰਗ ਦੇ ਵਿੱਚ ਕਿੰਨਾ ਕੁ ਹੱਥ ਹੈਗਾ ਤੇ ਕਿੰਨਾ ਕੁ ਉਹ ਪੂਰਾ ਕਰ ਸਕਦੇ ਨੇ। ਸੋ ਉਹਦੇ ਬਾਰੇ, ਕਿਉਂਕਿ ਆਪਾਂ ਦੇਖਦੇ ਹਾਂ ਕਿ ਇੱਥੇ ਲੇਡੀਜ਼ ਬ੍ਰੈਡ ਵਿਨਰਸ ਬਾਈ ਚੋਇਸ ਨੇ, ਹਨਾ। ਸੋ ਉਹਦੇ ਬਾਰੇ ਤੁਸੀਂ ਗੱਲ ਕਰੋ। ਹਾਂਜੀ, ਮੈਨੂੰ ਇਹ ਲੱਗਦਾ ਹੁੰਦਾ ਹੈ ਕਿ ਦੇਖੋ ਫਾਦਰ ਦਾ ਰੋਲ ਬਹੁਤ ਜ਼ਿਆਦਾ ਇੱਕ ਇੰਪੋਰਟੈਂਟ ਰੋਲ ਹੁੰਦਾ ਹੈ ਨਾ ਬੱਚੇ ਦੀ ਜ਼ਿੰਦਗੀ 'ਚ। ਪਰ ਜਿਹੜਾ ਨਰਚਰਿੰਗ ਦਾ ਰੋਲ ਹੈ ਉਹ ਤੁਸੀਂ ਜਿਵੇਂ ਮਰਜ਼ੀ ਉਸ ਚੀਜ਼ ਨੂੰ ਸਮਝੋ, ਪਰ ਲੇਕਿਨ ਨਰਚਰਿੰਗ ਦਾ ਜਿਹੜਾ ਰੋਲ ਹੈ ਉਹ ਮਦਰ ਦਾ ਹੁੰਦਾ ਹੈ ਤੇ ਉਹ ਮਦਰ ਦੇ ਹਿੱਸੇ ਹੀ ਆਉਂਦਾ ਹੈ ਨਾ। ਤੇ ਅਸੀਂ ਜਦੋਂ ਵਿਮਨ ਅਸੀਂ ਕਹਿੰਦੇ ਆ ਕਿ ਠੀਕ ਹੈ ਵੂਮਨ ਐਮਪਾਵਰਮੈਂਟ ਸਭ ਕੁਛ ਹੈ, ਵਿਮਨ ਆਰ ਵਰਕਿੰਗ ਆਊਟਸਾਈਡ, ਵਿਮਨ ਆਰ ਵਰਕਿੰਗ ਐਟ ਹੋਮ, ਪਰ ਮੈਨੂੰ ਇਹ ਲੱਗਦਾ ਹੁੰਦਾ ਹੈ ਕਿ ਅਸੀਂ ਇਸ ਚੀਜ਼ ਨੂੰ ਥੋੜੀ ਜਿਹੀ ਆਪਣੀ ਰਿਸਪੌਂਸਿਬਿਲਿਟੀ ਹੋਰ ਸਮਝੀਏ। ਆਈ ਕੈਨ ਅੰਡਰਸਟੈਂਡ, ਮੈਂ ਇਸ ਚੀਜ਼ ਨੂੰ ਮੰਨਦੀ ਹਾਂ ਕਿ ਸਾਡੀਆਂ ਜ਼ਿੰਮੇਵਾਰੀਆਂ ਬਹੁਤ ਨੇ, ਲੇਕਿਨ ਜੋ ਅਸੀਂ ਫਸਟ 10-15 ਇਅਰਸ 'ਚ ਪਾਵਾਂਗੇ, ਜਿੰਨਾ ਕੁ ਉਹਨਾਂ ਨੂੰ ਟਾਈਮ ਦੇ ਪਾਵਾਂਗੇ ਉਹਦੇ ਬੈਨੀਫਿਟਸ ਜ਼ਰੂਰ ਮਿਲਣਗੇ ਤੇ ਉਹ ਚੀਜ਼ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ। ਸਾਡੇ ਬੱਚੇ ਇੱਥੇ
मैं अब सारे बच्चे एवरीबडी, मेरी अपनी डॉटर भी बच्चे सारे अजकल थोड़ा ਜਿਹਾ ਗੈਜਟਸ ਨਾਲ ਜ਼ਿਆਦਾ ਬੱਚਿਆਂ ਦੀ ਐਡਿਕਸ਼ਨ ਹੈ। ਉਹ ਠੀਕ ਹੈ, ਅਸੀਂ ਕਹਿੰਦੇ ਰਹਿੰਦੇ ਹਾਂ, ਅਸੀਂ ਕੰਪਲੇਨ ਕਰਦੇ ਹਾਂ, ਲੇਕਿਨ ਅਸੀਂ ਉਹਦੇ ਬਾਰੇ ਕੁਝ ਕਰਦੇ ਨਹੀਂ। ਫੋਰਸਫੁਲੀ ਕੁਝ ਨਹੀਂ ਕਰ ਸਕਦੇ ਤੁਸੀਂ, ਥੋੜਾ ਜਿਹਾ ਘਰ 'ਚ ਹੀ ਇੱਦਾਂ ਦਾ ਆਪਾਂ ਮਾਹੌਲ ਬਣਾ ਸਕਦੇ ਹਾਂ ਕਿ ਅਸੀਂ ਕੁਝ ਹੋਰ ਕਰ ਰਹੇ ਹਾਂ, ਅਸੀਂ ਬੱਚਿਆਂ ਨੂੰ ਕਿਸੇ ਚੀਜ਼ 'ਚ ਇਨਵੋਲਵ ਕਰ ਰਹੇ ਹਾਂ, ਬੱਚਿਆਂ ਨੂੰ ਥੋੜੀ ਜਿਹੀ ਰਿਸਪੌਂਸਿਬਿਲਿਟੀ ਐਂਡ ਆਲ ਆਫ ਦੋਜ਼ ਥਿੰਗਸ। ਮੈਨੂੰ ਪਤਾ ਹੈ ਕਿ ਇਹ ਚੀਜ਼ਾਂ ਕਹਿਣੀਆਂ ਸੌਖੀਆਂ ਨੇ, ਪਰ ਜੇ ਅਸੀਂ ਥੋੜਾ ਕਰਕੇ ਕੋਸ਼ਿਸ਼ ਕਰੀਏ ਤਾਂ ਅਸੀਂ ਸਾਨੂੰ ਥੋੜੀ ਇਨਵੋਲਵਮੈਂਟ ਹੋਰ ਚਾਹੀਦੀ ਹੈ ਉਹਨਾਂ ਦੀ ਲਾਈਫ 'ਚ ਜਿੰਨੀ ਦੇ ਨਾਲ ਹੈ ਕਿ। ਇੱਕ ਗੱਲ ਹੋਰ ਸਤਿੰਦਰ ਤੇ ਮੇਰੇ ਨਾਲ ਸਾਰੇ ਸਰੋਤੇ ਵੀ ਇਸ ਗੱਲ ਤੇ ਸਹਿਮਤ ਕਰਨਗੇ, ਕਈ ਵਾਰੀ ਅੱਜ ਕੱਲ ਬੱਚਿਆਂ ਨੂੰ ਚੋਇਸ ਦੇ ਦਿੱਤੀ ਜਾਂਦੀ ਹੈਗੀ ਹੈ ਕਿ ਤੁਸੀਂ ਨਹੀਂ ਲਿਖ ਸਕਦੇ ਤੇ ਤੁਸੀਂ ਲੈਪਟਾਪ ਤੇ ਟਾਈਪ ਕਰ ਸਕਦੇ ਹੋ ਜਾਂ ਕੁਝ ਕਰ ਸਕਦੇ ਹੋ। ਸੋ ਇਹਦੇ ਵਿੱਚ ਆਪਾਂ ਨੂੰ ਇੱਥੇ ਮਾਵਾਂ ਦਾ ਰੋਲ ਥੋੜਾ ਜਿਹਾ ਸਟਰੋਂਗ ਹੋ ਜਾਂਦਾ ਹੈ ਕਈ ਵਾਰੀ, ਕਿਉਂਕਿ ਉਹ ਬੱਚੇ ਜੰਮਦੇ ਹੀ ਗੈਜਟਸ ਦੇ ਵਿੱਚ ਨੇ। ਹੁਣ ਦੇਖੋ ਤੁਸੀਂ ਜਦੋਂ ਕਿਸੇ ਦੇ ਘਰ ਜਾਓ, ਬੱਚੇ ਨੂੰ ਫੀਡ ਕਰ ਰਹੇ ਨੇ, ਸਾਹਮਣੇ ਉਹਦਾ ਸ਼ੋ ਫੋਨ ਤੇ ਲੱਗਿਆ ਹੋਇਆ ਜਾਂ ਆਈਪੈਡ ਪਿਆ। ਹੁਣ ਜਿਹੜਾ ਬੱਚਾ ਜੰਮਿਆ ਹੀ ਇਹਨਾਂ ਚੀਜ਼ਾਂ ਦੇ ਵਿੱਚ ਹੈ, ਉਹ ਅਸੀਂ ਉਹਨੂੰ ਦਿੱਤੀਆਂ ਨੇ, ਉਹਦਾ ਕਸੂਰ ਨਹੀਂ ਹੈ, ਇਹ ਸਾਡਾ ਕਸੂਰ ਹੈ ਕਿ ਅਸੀਂ ਉਹਨੂੰ ਇੰਨੇ ਕੁ ਦੇ ਦਿੱਤਾ। ਉਹਦੇ ਲਈ ਇਹੀ ਨੋਰਮਲ ਹੈਗਾ ਨਾ। ਪਰ ਇਹਦੇ ਵਿੱਚ ਜਿਹੜੀਆਂ ਇੱਕ ਬੱਚੇ ਦੀਆਂ ਨੀਹਾਂ ਸਟਰੋਂਗ ਹੋਣੀਆਂ ਚਾਹੀਦੀਆਂ ਨੇ, ਉਹ ਨਹੀਂ ਹੋ ਪਾਉਂਦੀਆਂ ਹੈਗੀਆਂ, ਹਨਾ। ਸੋ ਉਹਦੇ ਬਾਰੇ ਤੁਸੀਂ ਥੋੜਾ ਜਿਹਾ ਦੱਸੋ ਵੀ ਵਾਈ ਇਜ਼ ਦੈਟ ਇੰਪੋਰਟੈਂਟ। ਥੋੜਾ ਐਮਫੈਸਿਸ, ਥੋੜਾ ਜਿਵੇਂ ਹੁਣ ਮੈਂ ਦੇਖਦੀ ਹੁੰਦੀ ਸੀ ਕਿ ਅੱਜ ਤੋਂ 10 ਸਾਲ ਪਹਿਲਾਂ, ਅੱਜ ਤੋਂ 15 ਸਾਲ ਪਹਿਲਾਂ ਬੱਚਿਆਂ ਨੂੰ ਲਾਇਬ੍ਰੇਰੀ ਲੈ ਕੇ ਜਾਂਦੇ ਹੁੰਦੇ ਸੀ ਲੋਕ, ਲੇਕਿਨ ਹੁਣ ਉਹ ਚੀਜ਼ ਘਟਦੀ ਚਲੀ ਜਾ ਰਹੀ ਹੈ। ਹੁਣ ਮੈਂ ਦੇਖਦੀ ਨਹੀਂ, ਹੁਣ ਮੈਂ ਛੋਟੇ ਬੱਚਿਆਂ ਨੂੰ ਦੇਖਦੀ ਹਾਂ ਪੈਰੈਂਟਸ ਦਾ, ਤਾਂ ਜਦੋਂ ਮੈਂ ਖੁਦ ਵੀ ਲਾਇਬ੍ਰੇਰੀ ਜਾਂਦੀ ਹਾਂ ਤਾਂ ਮੈਂ ਇਸ ਚੀਜ਼ ਨੂੰ ਦੇਖਦੀ ਹਾਂ ਕਿ ਉਨੀ ਇਨਵੋਲਵਮੈਂਟ ਨਹੀਂ ਹੈ। ਸਟੋਰੀ ਆਵਰਸ ਹੁੰਦੇ ਸੀ, ਰੀਡਿੰਗ ਐਂਡ ਰਾਈਟਿੰਗ। ਤੁਸੀਂ ਮੈਂ ਇਸ ਚੀਜ਼ ਨੂੰ ਐਮਫਸਾਈਜ਼ ਕਰਨਾ ਚਾਹੁੰਦੀ ਹਾਂ, ਮੈਂ ਤੇ ਬਹੁਤ ਐਮਫਸਿਸ ਦੇਣਾ ਚਾਹੁੰਦੀ ਹਾਂ ਕਿ ਰੀਡਿੰਗ ਐਂਡ ਰਾਈਟਿੰਗ ਆਰ ਦ 2 ਮੋਸਟ ਇੰਪੋਰਟੈਂਟ ਸਕਿੱਲਸ ਜਿਹੜੀ ਕਿ ਤੁਹਾਡੇ ਬੱਚਿਆਂ ਨੂੰ ਬਹੁਤ ਦੂਰ ਤੱਕ ਲੈ ਕੇ ਜਾਣਗੀਆਂ। ਇਹਨਾਂ ਤੇ ਧਿਆਨ ਸਾਨੂੰ ਦੇਣਾ ਪੈਣਾ ਹੈ ਐਜ਼ ਅ ਫੈਮਿਲੀ, ਐਜ਼ ਇੰਡੀਵਿਜੂਅਲਸ ਐਂਡ ਐਜ਼ ਅ ਫੈਮਿਲੀ। ਆਈ ਥਿੰਕ ਇਸ ਚੀਜ਼ ਦੇ ਉੱਤੇ ਆਪਾਂ ਨੂੰ ਸਾਰਿਆਂ ਨੂੰ ਥੋੜਾ ਜਿਹਾ ਫੋਕਸ ਕਰਨਾ ਪੈਣਾ ਹੈ। ਐਜੂਕੇਟਰਸ ਨੂੰ ਵੀ ਇਸ ਚੀਜ਼ ਤੇ ਧਿਆਨ ਦੇਣਾ ਪੈਣਾ ਹੈ। ਕਲਾਸਰੂਮਸ 'ਚ ਵੀ ਟੀਚਰਸ ਨੂੰ ਵੀ ਥੋੜਾ ਜਿਹਾ ਦੇ ਸ਼ੁੱਡ ਬੀ ਮੋਰ ਇਨਵੋਲਵਡ ਇਨ ਦੈਟ ਐਸਪੈਕਟ ਆਫ देयर लाइफ। ਇੱਥੇ ਮੈਂ ਇੱਕ ਗੱਲ ਹੋਰ ਵੀ ਗੱਲ ਐਡ ਕਰਨਾ ਚਾਹਾਂਗੀ, ਜਿਹੜੀ ਕਿ ਇਟਸ ਗੋਇੰਗ ਲਿਟਲ ਬਿਟ ਆਊਟ ਆਫ ਦਿਸ, ਬਟ ਮੈਨੂੰ ਬਹੁਤ ਫੀਲ ਹੋ ਰਿਹਾ ਕਿ ਜ਼ਰੂਰ ਇਨਵੋਲਵ ਹੋਣੀ ਚਾਹੀਦੀ ਹੈ, ਕਿਉਂਕਿ ਗੱਲਬਾਤ ਐਵੇਂ ਦੀ ਚੱਲ ਰਹੀ ਹੈ। ਗ੍ਰੈਂਡ ਪੇਰੈਂਟਸ, ਤੁਸੀਂ ਸ਼ਾਮ ਨੂੰ ਉਹਨਾਂ ਨੂੰ ਜ਼ਰੂਰ ਕਹਾਣੀਆਂ ਸੁਣਾਇਆ ਕਰੋ। ਆਈ ਰਿਮੈਂਬਰ ਮਾਈ ਚਾਈਲਡਹੁੱਡ, ਅਸੀਂ ਬੀਜੀ ਦੀ ਰਜਾਈ 'ਚ ਵੜ ਜਾਇਆ ਕਰਨਾ, ਬੀਜੀ ਕਹਾਣੀ ਸੁਣਾਓ। ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੀਆਂ ਸਾਖੀਆਂ ਸੁਣਾਇਆ ਕਰਨੀਆਂ, ਉਹਨਾਂ ਨੇ ਕੋਈ ਕਾਂ ਜਿਹੜੀ ਦੀ ਕਹਾਣੀ ਸੁਣਾਇਆ ਕਰਨੀ, ਜਾਂ ਕੁਛ ਵੀ। ਸਾਡਾ ਇੱਕ ਨਾ ਕਲਚਰ ਹੁੰਦਾ ਸੀਗਾ ਕਿ ਸ਼ਾਮ ਨੂੰ ਬੀਜੀ ਕੋਲੋਂ ਕਹਾਣੀ ਸੁਣ ਕੇ ਸੌਣਾ ਹੈਗਾ, ਹੈ ਨਾ। ਸੋ ਉਹ ਚੀਜ਼ਾਂ ਜਿਹੜਾ ਜਿਵੇਂ ਲਾਇਬ੍ਰੇਰੀ ਜਾਂ ਸਟੋਰੀ ਟੈਲਿੰਗ, ਇਹ ਉਹ ਕਿਉਂਕਿ ਉਹ ਕਹਾਣੀ ਸੁਣਦਿਆਂ ਬੱਚੇ ਨੂੰ ਪਤਾ ਲੱਗ ਜਾਂਦਾ ਸੀਗਾ ਵੀ ਹਾਂ ਕਹਾਣੀ ਕਿਵੇਂ ਚੱਲ ਰਹੀ ਹੈਗੀ ਹੈ ਨਾ। ਸੋ ਕਿਉਂਕਿ ਉਹ ਤੁਹਾਡੇ ਨਾਲ ਇੰਟਰੈਕਟ ਹੋ ਰਹੇ ਸੀ। ਸੋ ਥੋੜਾ ਜਿਹਾ ਸਟੋਰੀ ਟੈਲਿੰਗ, ਭਾਵੇਂ ਹੁਣ ਵੀ ਲਾਇਬ੍ਰੇਰੀਜ਼ ਦੇ ਵਿੱਚ ਜਦੋਂ ਤੁਸੀਂ ਕਿਤੇ ਜਾਓ, ਉੱਥੇ ਬਿਗ ਸੈਸ਼ਨ ਚੱਲ ਰਿਹਾ ਹੁੰਦਾ ਹੈ, ਕਿੰਨੇ ਬੱਚੇ ਮਾਂ ਪਿਓ ਬੈਠੇ ਹੁੰਦੇ ਨੇ ਤੇ ਸਾਹਮਣੇ ਬੜੇ ਸੋਹਣੇ ਤਰੀਕੇ ਨਾਲ ਸਟੋਰੀ ਟੈਲਿੰਗ ਦਾ ਸੈਸ਼ਨ ਚੱਲ ਰਿਹਾ ਹੁੰਦਾ ਹੈ ਨਾ। ਸੋ ਇਹ ਛੋਟੀਆਂ ਚੀਜ਼ਾਂ ਆਪਾਂ ਨੂੰ ਆਪਣੇ ਘਰਾਂ ਦੇ ਵਿੱਚ ਵੀ ਕ੍ਰੀਏਟ ਕਰਕੇ ਰੱਖਣੀਆਂ ਚਾਹੀਦੀਆਂ। ਘਰਾਂ ਦੇ ਵਿੱਚ ਜਿਹੜਾ ਉਹ ਸਟੋਰੀ ਟੈਲਿੰਗ ਵਾਲਾ ਹੈਗਾ, ਤੁਸੀਂ ਸਿੰਪਲ ਦੀਆਂ ਚੀਜ਼ਾਂ ਵੀ ਬੱਚਿਆਂ ਨੂੰ ਦੱਸੋ ਨਾ, ਉਹ ਉਹਨਾਂ ਦੇ ਦਿਮਾਗ 'ਚ ਘਰ ਕਰਦੀਆਂ ਨੇ ਤੇ ਉਹਨਾਂ ਦੇ ਲੀਵ ਅ ਲਾਸਟਿੰਗ ਇੰਪ੍ਰੈਸ਼ਨ। ਮੈਨੂੰ ਪਤਾ ਹੈ ਕਿ ਅਸੀਂ ਜਦ ਛੋਟੇ ਹੁੰਦੇ ਸੀ, ਅਸੀਂ ਗਰਮੀ ਦੀਆਂ ਛੁੱਟੀਆਂ 'ਚ ਹੀ ਗ੍ਰੈਂਡ ਪੇਰੈਂਟਸ ਕੋਲ ਆਉਂਦੇ ਹੁੰਦੇ ਸੀਗੇ, ਪਰ ਉਦੋਂ ਦੀਆਂ ਵੀ ਛੋਟੀਆਂ ਕਹਾਣੀਆਂ, ਛੋਟੀਆਂ ਚੀਜ਼ਾਂ ਅੱਜ ਤੱਕ ਯਾਦ ਨੇ। ਇੱਕ ਸਾਡੇ ਟਾਈਮ ਤੇ ਵੈਨ ਵੀ ਵਰ ਗਰੋਇੰਗ ਅਪ, ਸਾਡੇ ਇੱਕ ਇੰਡੀਆ 'ਚ ਇੱਕ ਅਮਰ ਚਿੱਤਰ ਕਥਾ ਹੁੰਦੀ ਸੀਗੀ, ਕਾਮਿਕ ਬੁੱਕਸ ਹੁੰਦੀਆਂ ਸੀਗੀਆਂ। ਉਹਨਾਂ ਨੇ ਸਾਡੇ ਜਿਹੜੀ ਅਪਬ੍ਰਿੰਗਿੰਗ ਹੈ ਉਹਦੇ 'ਚ ਬਹੁਤ ਵੱਡਾ ਹੱਥ ਹੈ, ਕਿਉਂਕਿ ਉੱਥੋਂ ਸਾਨੂੰ ਹਰ ਕਲਚਰ ਦਾ ਸਾਨੂੰ ਜਿਹੜੇ ਸਾਡੇ ਫਰੀडम ਫਾਈਟਰਸ ਸੀਗੇ ਜਾਂ ਸਾਡੇ ਜਿਹੜੇ ਗੁਰੂ ਸੀਗੇ, ਸਾਨੂੰ ਸਾਰਿਆਂ ਬਾਰੇ ਉੱਥੋਂ ਨੌਲੇਜ ਹੋਈ ਹੈ। ਬਿਲਕੁਲ, ਹਾਂਜੀ। ਇਹ ਬਹੁਤ ਜ਼ਰੂਰੀ ਹੈਗਾ ਕਿ ਜੇ ਕਹਿੰਦੇ ਜਿਹੜੀਆਂ ਕੌਮਾਂ ਇਤਿਹਾਸ ਭੁੱਲ ਜਾਂਦੀਆਂ ਨੇ ਉਹ ਖਤਮ ਹੋ ਜਾਇਆ ਕਰਦੀਆਂ ਨੇ। ਸੋ ਇਹ ਇੱਕ ਮਾਵਾਂ ਤੇ ਜਾਂ ਗ੍ਰੈਂਡ ਪੇਰੈਂਟਸ ਤੇ ਇਹ ਬੜਾ ਵੱਡੀ ਜ਼ਿੰਮੇਵਾਰੀ ਹੈ ਸਾਡੇ ਸਿਰ ਤੇ ਕਿ ਅਸੀਂ ਆਪਣੀ ਕਹਾਣੀਆਂ ਦੇ ਥਰੂ ਇਤਿਹਾਸ ਜਤਾਉਂਦੇ, ਆਪਣੇ ਬੱਚਿਆਂ ਨੂੰ ਸਿਖਾਉਂਦੇ ਰਹੀਏ, ਹਨਾ। ਹਾਂਜੀ, ਇੱਕ ਹੋਰ ਬੜੀ ਇੰਪੋਰਟੈਂਟ ਚੀਜ਼ ਹੈ ਮੀਕਾ ਭੈਣ, ਆਮ ਸੌਰੀ ਮੈਂ ਹੋ ਸਕਦਾ ਮੈਂ ਭੁੱਲ ਨਾ ਜਾਵਾਂ ਬਾਅਦ 'ਚ। ਸਾਡੇ ਇੱਕ ਚੀਜ਼ ਹਮੇਸ਼ਾ ਯਾਦ ਰੱਖਿਓ, ਆਪਾਂ ਨੂੰ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਕਿ ਸਾਡੇ ਬੱਚੇ ਜੋ ਅਸੀਂ ਉਹਨਾਂ ਨੂੰ
ਕਹਿੰਦੇ ਆ ਉਹਦੇ ਤੋਂ ਘੱਟ ਸਿੱਖਦੇ ਨੇ, ਜੋ ਸਾਨੂੰ ਕਰਦਿਆਂ ਦੇਖਦੇ ਨੇ ਉਹਦੇ ਤੋਂ ਘੱਟ ਸਿੱਖਦੇ ਨੇ। ਐਗਜ਼ੈਕਟਲੀ, ਇਹ ਮੇਰਾ ਹਰ ਪ੍ਰੋਗਰਾਮ ਦੇ ਵਿੱਚ ਹੀ ਮੈਸੇਜ ਹੁੰਦਾ ਹੈ ਤੂੰ ਸਾਰੀਆਂ ਮੇਰੀਆਂ ਭੈਣਾਂ ਨੂੰ ਕਿ ਜੇ ਤੁਹਾਡੀਆਂ ਬੱਚੀਆਂ ਨੇ ਤੁਹਾਨੂੰ ਵੇਖ ਕੇ ਸਿੱਖ ਰਹੀਆਂ ਨੇ, ਤਾਂ ਕਈ ਵਾਰੀ ਤੁਹਾਨੂੰ ਕਹਿਣ ਦੀ ਲੋੜ ਨਹੀਂ ਹੁੰਦੀ ਬੇਟਾ ਐਦਾਂ ਕਰ, ਉਹਨਾਂ ਨੇ ਜੇ ਤੁਸੀਂ ਉਹ ਕਰਦੇ ਹੋ ਉਹਨਾਂ ਨੇ ਆਪੇ ਸਿੱਖੀ ਜਾਣਾ ਹੈ ਨਾ। ਸੋ ਹੁਣ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਇੱਕ ਰੋਲ ਮਾਡਲ ਹੁੰਦਾ ਹੈ ਨਾ। ਸੋ ਅਸੀਂ ਜਾਣਨਾ ਚਾਹਾਂਗੇ ਕਿ ਤੁਸੀਂ ਇੰਨਾ ਵੱਡੇ ਜਿਵੇਂ ਸੁਪਨੇ ਦੇਖੇ, ਤੁਹਾਡੇ ਦਿਮਾਗ ਦੇ ਵਿੱਚ ਤੁਹਾਡਾ ਰੋਲ ਮਾਡਲ ਕੌਣ ਸੀ? ਮੈਨੂੰ ਲੱਗਦਾ ਹੈ ਕਿ ਮੈਂ ਆਪਣੀ ਜ਼ਿੰਦਗੀ 'ਚ ਜੇ ਤੁਸੀਂ ਲੋਕਾਂ ਦੀ ਗੱਲ ਕਰੋ ਤਾਂ ਮਤਲਬ ਮੈਂ ਆਪਣੇ ਪੇਰੈਂਟਸ, ਆਪਣੇ ਸਿਬਲਿੰਗਸ ਤੇ ਕਜ਼ਨਸ, ਮੈਂ ਬਹੁਤ ਲੱਕੀ ਹਾਂ, ਮੈਨੂੰ ਬਹੁਤ ਪਿਆਰ ਮਿਲਿਆ ਘਰ 'ਚ, ਆਪਣੀ ਫੈਮਿਲੀ 'ਚ, ਇੱਥੇ ਵੀ ਉੱਥੇ ਵੀ। ਲੇਕਿਨ ਜੇ ਤੁਸੀਂ ਇੱਕ ਰੋਲ ਮਾਡਲ ਦੀ ਗੱਲ ਕਰਦੇ ਹੋ ਤਾਂ ਮੈਨੂੰ ਬੜੀ ਗੱਲ ਯਾਦ ਹੈ ਜਦੋਂ ਤੁਸੀਂ ਪੁੱਛਿਆ ਸੀ ਮੈਨੂੰ ਪਹਿਲਾਂ ਕਿ ਜਦੋਂ ਤੁਸੀਂ ਕੈਨੇਡਾ ਆਏ ਸੀ। ਮੈਂ ਜਦੋਂ ਪਹਿਲਾਂ ਕੈਨੇਡਾ ਆਈ ਸੀ ਮੈਨੂੰ ਲੱਗਦਾ ਹੁੰਦਾ ਸੀ ਇੱਕ ਤਾਂ ਵਿੰਟਰ ਬੜੀ ਲੰਬੀ ਹੁੰਦੀ ਹੈ ਤੇ ਬੜਾ ਲੋਨਲੀ ਜਿਹਾ ਹੁੰਦਾ ਜਦੋਂ ਤੁਸੀਂ ਆਪਣੀ ਫੈਮਿਲੀ ਨੂੰ ਛੱਡ ਕੇ, ਸਪੈਸ਼ਲੀ ਇੱਕ ਕੁੜੀ ਜਦੋਂ ਆਪਣਾ ਸਾਰਾ ਕੁਝ ਉੱਤੇ ਛੱਡ ਕੇ ਇੱਥੇ ਆਉਂਦੀ ਹੈ, ਥੋੜੀ ਨਵੀਂ ਤੁਸੀਂ ਜ਼ਿੰਦਗੀ ਸਟਾਰਟ ਕਰਦੇ ਹੋ। ਮੈਂ ਟੈਲੀਵਿਜ਼ਨ ਘੱਟ ਦੇਖਦੀ ਹੁੰਦੀ ਸੀ, ਪਰ ਮੈਂ 4 ਵਜੇ ਓਪਰਾ ਦਾ ਸ਼ੋਅ ਦੇਖਣਾ ਨਹੀਂ ਸੀ ਮਿਸ ਕਰਦੀ। ਮੀ ਟੂ। ਮੈਂ ਮਤਲਬ ਓਪਰਾ ਇਜ਼ ਮਾਈ ਰੋਲ ਮਾਡਲ। ਮੈਂ ਜਿੰਨਾ ਮੈਂ ਓਪਰਾ ਤੋਂ ਸਿੱਖਿਆ ਔਰ ਜਿੰਨੀ ਮੈਂ ਇੰਸਪਾਇਰ ਹੋਈ ਹਾਂ, ਮੈਨੂੰ ਨਹੀਂ ਲੱਗਦਾ ਕਿ ਮੈਂ ਕਿਸੇ ਵੀ ਪਬਲਿਕ ਫਿਗਰ ਤੋਂ ਇੰਨੀ ਇੰਸਪਾਇਰ ਹੋਈ ਹਾਂ ਸੌਰੀ। ਤੇ ਸਾਡੇ ਉਹਦੇ 'ਚ ਕੀ ਹੈਗਾ ਕਿ ਉਹਨਾਂ ਨੇ ਕਿੱਥੋਂ ਉਹਨਾਂ ਦੀ ਹੰਬਲ ਬਿਗਿਨਿੰਗ, ਅਬਿਊਸਿਵ ਚਾਈਲਡਹੁੱਡ ਐਂਡ ਜੋ ਉਹਨਾਂ ਦੀਆਂ ਅਕੰਪਲਿਸ਼ਮੈਂਟਸ ਨੇ, ਜਿਵੇਂ ਉਹ ਆਪਣਾ ਟਾਕ ਸ਼ੋ ਹੋਸਟ ਕਰਦੇ ਸੀ। ਤੇ ਇੱਕ ਜਿਹੜੀ ਉਹਨਾਂ ਦੀ ਸਭ ਤੋਂ ਵੱਡੀ ਅਕੰਪਲਿਸ਼ਮੈਂਟ ਹੈ ਮੇਰੇ ਹਿਸਾਬ ਨਾਲ, ਉਹਨਾਂ ਦਾ ਬੁੱਕ ਕਲੱਬ ਹੈ। ਕਦੀ ਵੀ ਲੱਗੇ ਕਿ ਕੋਈ ਚੀਜ਼ ਤੁਸੀਂ ਕੁਝ ਪੜ੍ਹਨਾ ਹੈ ਤੇ ਤੁਹਾਨੂੰ ਕੋਈ ਰეკਮੈਂਡੇਸ਼ਨ ਚਾਹੀਦੀ ਹੈ ਤਾਂ ਤੁਸੀਂ ਓਪਰਾ ਦਾ ਬੁੱਕ ਕਲੱਬ, ਉਹਦੇ ਨਾਲ ਕੀ ਹੁੰਦਾ ਕਿ ਸਾਡੇ ਉਹਨਾਂ ਨੇ ਬਹੁਤ ਵੱਡਾ ਯੋਗਦਾਨ ਹੈ ਓਪਰਾ ਵਿਨਫਰੀ ਦਾ ਇਸ ਚੀਜ਼ ਤੇ ਕਿ ਸਾਡੇ ਈਵਨ ਅਮਰੀਕਾ 'ਚ ਜਾਂ ਆਲ ਅਕ੍ਰੋਸ ਦਾ ਵਰਲਡ ਕਿ ਲਿਟਰੇਸੀ ਸਕਿੱਲਸ ਨੂੰ ਡਿਵੈਲਪ ਕਰਨਾ ਤੇ ਲਿਟਰੇਸੀ ਸਕਿੱਲਸ ਨੂੰ ਬਣਾਏ ਰੱਖਣਾ। ਤੇ ਸਾਡੇ ਇਹ ਜ਼ਰੂਰੀ ਨਹੀਂ ਹੁੰਦਾ ਕਿਸੇ ਨੇ ਵੀ ਮਾਸਟਰਸ ਕੀਤੀ ਹੈ ਜਾਂ ਬੈਚਲਰਸ ਕੀਤੀ ਹੈ ਜਾਂ ਕੀ ਕੀਤਾ ਹੈ, ਕਹਿੰਦੇ ਨਹੀਂ ਹੁੰਦੇ ਵਿਜ਼ਡਮ ਇੰਟੈਲੀਜੈਂਸ ਨਾਲੋਂ ਕਿਤੇ ਜ਼ਿਆਦਾ ਜ਼ਰੂਰੀ ਹੈ ਕਿ ਤੁਹਾਨੂੰ ਤੁਹਾਡਾ ਵਾਈਜ਼ ਹੋਣਾ। ਤੇ ਜੇ ਤੁਸੀਂ ਉਸ ਚੀਜ਼ ਦੀ ਗੱਲ ਕਰਦੇ ਹੋ ਤਾਂ ਮੈਨੂੰ ਲੱਗਦਾ ਹੈ ਕਿ ਮੇਰੀ ਲਾਈਫ 'ਚ ਸਭ ਤੋਂ ਵੱਡਾ ਇਨਫਲੂਐਂਸ ਓਪਰਾ ਵਿਨਫਰੀ ਦਾ ਹੀ ਰਿਹਾ ਹੈ। ਓਪਰਾ ਵਿਨਫਰੀ ਦਾ ਇਕੱਲੇ ਤੁਹਾਡੇ ਨਹੀਂ, ਆਈ ਥਿੰਕ ਸੋ ਮਿਲੀਅਨਸ ਆਫ ਵਿਮਨ ਆਰ ਇਨਸਪਾਇਰਡ ਬਾਈ ਹਰ। ਤੇ ਉਹਦਾ ਰੀਜ਼ਨ ਇਹ ਹੈ ਕਿਉਂਕਿ ਇੱਕ ਆਪਾਂ ਦੇਖਦੇ ਹਾਂ ਕਿ ਇੱਕ ਬੜੇ ਅੱਛੇ ਘਰ 'ਚ ਬੱਚਾ ਪੈਦਾ ਹੋਇਆ, ਉਹਨੂੰ ਅੱਛੀ ਐਜੂਕੇਸ਼ਨ ਮਿਲੀ, ਉਹ ਅੱਛੀ ਜਗ੍ਹਾ ਤੇ ਪਹੁੰਚ ਗਿਆ। ਜਿਵੇਂ ਕਿ ਹੁਣ ਮੁਕੇਸ਼ ਅੰਬਾਨੀ ਨੂੰ ਲਾ ਲਓ, ਧੀਰੂ ਅੰਬਾਨੀ ਸਨ, ਐਂਡ ਹੀ ਹੈਡ ਲਾਈਕ ਉਹਦੇ ਕੋਲ ਪਲੇਟਫਾਰਮ ਸੀ। ਪਰ ਜਦੋਂ ਆਪਾਂ ਓਪਰਾ ਵਿਨਫਰੀ ਨੂੰ ਦੇਖਦੇ ਹਾਂ ਤੇ ਆਪਾਂ ਦੇਖਦੇ ਹਾਂ ਕਿ ਕਿੱਥੋਂ ਉੱਠੀ, ਕਿਵੇਂ ਦਾ ਬਚਪਨ ਸੀ, ਕਿੰਨੀਆਂ ਸਟਰਗਲ ਸੀਗੀਆਂ, ਐਂਡ ਨਥਿੰਗ ਵਾਜ਼ ਐਵਰ ਈਜ਼ੀ ਫॉर ਹਰ, but still she's so giving, she's so powerful. I think so she is the most powerful woman on this earth. Yes. ਹਾਂਜੀ, ਸੋ ਓਪਰਾ ਵਿਨਫਰੀ ਤੋਂ ਪ੍ਰਭਾਵਿਤ ਹੋਏ ਸਾਰੀਆਂ ਹੀ ਔਰਤਾਂ ਮੈਨੂੰ ਬੜੀਆਂ ਚੰਗੀਆਂ ਲੱਗਦੀਆਂ ਨੇ ਕਿਉਂਕਿ ਮੇਰਾ ਵੀ ਰੋਲ ਮਾਡਲ ਉਹੀ ਨੇ। ਇੱਥੇ ਮੈਂ ਇੱਕ ਜ਼ਰੂਰ ਐਡ ਕਰਨਾ ਚਾਹਾਂਗੀ, ਤੁਸੀਂ ਸਿਬਲਿੰਗਸ ਦੀ ਗੱਲ ਕੀਤੀ, ਮੈਂ ਇਹਨਾਂ ਦੇ ਸਿਸਟਰ ਦੇ ਬਾਰੇ ਜ਼ਰੂਰ ਗੱਲ ਕਰਾਂਗੀ ਥੋੜੀ ਜਿਹੀ। ਹਾਂਜੀ ਨਹੀਂ, ਆਈ ਐਮ ਵੈਰੀ ਪ੍ਰਾਊਡ। ਮੇਰੇ ਐਕਚੁਅਲੀ ਮਾਈ ਸਿਬਲਿੰਗਸ ਆਰ ਆਲਸੋ ਡੂਇੰਗ ਵੈਲ ਇਨ ਲਾਈਫ। ਮਾਈ ਸਿਸਟਰ ਇਜ਼ ਅ ਲਾਇਰ, ਸ਼ੀ ਇਜ਼ ਅ ਟੌਪ ਨੌਚ ਲਾਇਰ, ਸ਼ੀ ਇਜ਼ ਵਰਕਿੰਗ ਆਊਟ ਆਫ ਗੁਰਗਾਉਂ ਰਾਈਟ ਨਾਓ ਐਂਡ ਉਹ ਕਾਰਪੋਰੇਟ ਲਾਅ 'ਚ ਨੇ। ਉਹਨਾਂ ਨੇ ਵੀ ਪੰਜਾਬ ਯੂਨੀਵਰਸਿਟੀ ਤੋਂ ਹੀ ਲਾਅ ਕੀਤੀ ਸੀਗੀ, ਬਟ ਸ਼ੀ ਹੈਜ਼ ਅ ਕਮੈਂਡੇਬਲ ਕਰੀਅਰ ਐਂਡ ਮੈਨੂੰ ਲੱਗਦਾ ਹੈ ਕਿ ਜਦ ਮੇਰੇ ਘਰ 'ਚ ਜਿੰਨੇ ਬੱਚੇ ਹੈਗੇ ਨੇ, ਸਪੈਸ਼ਲੀ ਗਰਲਸ ਨੇ, ਉਹ ਕਾਫੀ ਇੰਸਪਾਇਰ ਹੁੰਦੇ ਨੇ ਉਹਨਾਂ ਤੋਂ ਐਂਡ ਆਈ ਐਮ ਐਕਸਟ੍ਰੀਮਲੀ ਪ੍ਰਾਊਡ ਆਫ ਹਰ। ਸੋ ਇੱਥੇ ਹੁਣ ਸਾਡਾ ਜਿਹੜਾ ਪ੍ਰੋਗਰਾਮ ਹੈਗਾ ਇਹ ਸਮਾਪਤੀ ਵੱਲ ਵੱਧ ਰਿਹਾ ਹੈ। ਗੱਲਾਂ ਕਰਨ ਨੂੰ ਤੇ ਬਹੁਤ ਜੀ ਕਰਦਾ, ਇਹਨਾਂ ਦੇ ਬਾਰੇ ਮੈਂ ਬਹੁਤ ਕੁਝ ਜਾਣਦੀ ਹਾਂ। ਸੋ ਆਉਂਦੇ ਪ੍ਰੋਗਰਾਮਾਂ ਵਿੱਚ ਅਸੀਂ ਤੁਹਾਨੂੰ ਇੱਕ ਵਾਰੀ ਫੇਰ ਜ਼ਰੂਰ ਲੈ ਕੇ ਆਵਾਂਗੇ ਸਤਿੰਦਰ, ਪਰ ਮੈਂ ਇੱਕ ਚਾਹਾਂਗੀ ਕਿ ਤੁਸੀਂ ਜਾਣ ਤੋਂ ਪਹਿਲਾਂ
ਜਿਹੜੀਆਂ ਇੱਥੇ ਸਾਡੀਆਂ ਭੈਣਾਂ ਨੇ ਜਿਹੜੀਆਂ ਕਿ ਬੱਚਿਆਂ ਨੂੰ ਰੇਜ਼ ਕਰ ਰਹੀਆਂ ਨੇ, ਉਹਨਾਂ ਦੇ ਲਈ ਜ਼ਰੂਰ ਕੋਈ ਮੈਸੇਜ ਦਿਓ ਕਿ ਲੈਂਗੁਏਜ ਜਾਂ ਐਜ਼ ਅ ਐਜੂਕੇਟਰ, ਕਿਉਂਕਿ ਇਹਨਾਂ ਦੇ ਇੱਕ ਐਜੂਕੇਟਰ ਨਾ ਦੇਖਦਾ ਸਾਰੀ ਤਰ੍ਹਾਂ ਦੇ ਬੱਚਿਆਂ ਦੇ ਨਾਲ ਉਹ ਡੀਲ ਕਰਦੇ ਨੇ। ਕਈ ਤੇ ਬੜੇ ਅੱਛੇ ਬੱਚੇ ਆਉਂਦੇ ਨੇ, ਉਹਨਾਂ ਦੇ ਯੂ ਕੈਨ ਟੈਲ ਕਿ ਇਹਨਾਂ ਨੂੰ ਘਰੋਂ ਕਿਵੇਂ ਦੀ ਸਿੱਖਿਆ ਮਿਲਦੀ। ਕਈ ਕਿਉਂਕਿ ਇੱਥੋਂ ਥੋੜ੍ਹਾ ਜਿਹਾ ਐਜੂਕੇਸ਼ਨ ਸਿਸਟਮ ਡਿਫਰੈਂਟ ਹੈਗਾ ਇੰਡੀਆ ਤੋਂ। ਜਦੋਂ ਆਪਾਂ ਇੰਡੀਆ ਤੋਂ ਆਉਂਦੇ ਹਾਂ, ਇੱਥੇ ਆ ਕੇ ਬੱਚੇ ਪੜ੍ਹਾਉਣ ਲੱਗਦੇ ਹਾਂ ਤਾਂ ਥੋੜ੍ਹਾ ਜਿਹਾ ਆਪਾਂ ਨੂੰ ਲੱਗਦਾ, ਆਪਾਂ ਨੂੰ ਸੋਚਦੇ ਹਾਂ ਕਿ ਇੰਗਲਿਸ਼ ਆ ਗਈ ਤੇ ਇਹਨਾਂ ਨੂੰ ਤੇ ਠੀਕ ਹੈਗਾ ਹੈ ਨਾ। ਪਰ ਇੱਥੇ ਤੁਸੀਂ ਮੈਸੇਜ ਜ਼ਰੂਰ ਦਿਓ ਉਹਨਾਂ ਭੈਣਾਂ ਨੂੰ ਵੀ ਲੈਂਗੁਏਜ ਤੇ ਜਾਂ ਐਜੂਕੇਸ਼ਨ ਦੇ ਵਿੱਚ ਉਹ ਕਿਵੇਂ ਉਹਨਾਂ ਦੇ ਬੱਚਿਆਂ ਦੇ ਜਿਹੜੀਆਂ ਨੀਆਂ ਨੇ ਉਹਨਾਂ ਨੂੰ ਸਟਰੋਂਗ ਰੱਖ ਸਕਦੀਆਂ ਨੇ। ਹਾਂਜੀ, ਮੈਨੂੰ ਇਹ ਤਾਂ ਲੱਗਦਾ ਹੁੰਦਾ ਕਿ ਇੱਕ ਚੀਜ਼ ਅਸੀਂ ਜਿਹੜੀ ਚੀਜ਼ ਦੇ ਉੱਤੇ ਅਸੀਂ ਐਮਫੈਸਿਸ ਨਹੀਂ ਦਿੰਦੇ ਔਰ ਸਾਨੂੰ ਦੇਣਾ ਚਾਹੀਦਾ ਉਹ ਹੈ ਕਿ ਸੌਫਟ ਸਕਿੱਲਸ। ਤੇ ਇਹ ਸੌਫਟ ਸਕਿੱਲਸ ਨੇ ਜਿਹੜੀਆਂ ਇਹ ਬੱਚਿਆਂ ਦੇ ਕੰਮ ਆਉਣਗੀਆਂ। ਬੱਚਿਆਂ ਨੂੰ ਕੱਲ ਨੂੰ ਤੁਸੀਂ ਇਹ ਦੇਖੋ ਕਿ ਅਸੀਂ ਹੁਣ ਮੋਸਟਲੀ ਨਿਊਕਲੀਅਰ ਫੈਮਲੀਜ਼ 'ਚ ਰਹਿੰਦੇ ਹਾਂ, ਹੈ ਨਾ, ਤੇ ਥੋੜੇ ਲੋਕ ਨੇ ਪਰਿਵਾਰ 'ਚ। ਸਾਡੇ ਬੱਚੇ ਬਾਹਰ ਜਾਣਗੇ, ਅਸੀਂ ਘਰ 'ਚ ਬੱਚੇ ਨੂੰ ਪੂਰੀ ਇੰਪੋਰਟੈਂਸ ਦਿੰਦੇ ਹਾਂ। ਬਾਹਰ ਜਾ ਕੇ ਆ ਚਾਈਲਡ ਇਜ਼ ਜਸਟ ਅ ਨੰਬਰ, ਉੱਥੇ ਜਾ ਕੇ ਸਰਵਾਈਵਲ ਆਫ ਦ ਫਿਟੈਸਟ ਵਾਲੀ ਗੱਲ ਹੁੰਦੀ ਹੈ। ਤੇ ਸਾਡੇ ਬੱਚੇ ਕੀ ਅਸੀਂ ਬੱਚਿਆਂ ਨੂੰ ਪ੍ਰਿਪੇਅਰ ਕਰ ਰਹੇ ਹਾਂ ਟੂ ਬੀ ਇਨ ਦ ਰੀਅਲ ਵਰਲਡ, ਟੂ ਬੀ ਆਊਟ ਇਨ ਦ ਰੀਅਲ ਵਰਲਡ, ਕਿਉਂਕਿ ਉੱਥੇ ਚੀਜ਼ਾਂ ਡਿਫਰੈਂਟ ਨੇ। ਸਾਡੇ ਬੱਚੇ ਨੂੰ ਟੀਮ ਵਰਕ ਆਉਂਦਾ ਹੈ, ਸਾਡਾ ਬੱਚਾ ਦੂਜੇ ਲੋਕਾਂ ਨੇ ਨਾ ਕੰਮ ਕਰ ਪਾਊਗਾ। ਸਾਡੇ ਬੱਚੇ ਦੀਆਂ ਕਮਿਊਨੀਕੇਸ਼ਨ ਸਕਿੱਲਸ, ਇੱਕ ਤਾਂ ਮੈਂ ਸਭ ਤੋਂ ਪਹਿਲਾਂ ਤਾਂ ਕਹੂੰਗੀ ਮੈਂ ਲੈਂਗੁਏਜ ਸਕਿੱਲਸ ਬਹੁਤ ਸਟਰੋਂਗ ਚਾਹੀਦੀਆਂ ਨੇ। ਤੇ ਕਦੇ ਵੀ ਹੈਜ਼ੀਟੇਟ ਨਾ ਕਰੋ, ਆਪਣੇ ਕੋਲ ਐਡਵਾਂਟੇਜ ਹੈਗੀ ਹੈ। ਅਸੀਂ ਪੰਜਾਬੀ ਵੀ ਸਿਖਾ ਸਕਦੇ ਹਾਂ, ਸਾਨੂੰ ਫ੍ਰੈਂਚ ਜ਼ਰੂਰ ਸਿਖਾਉਣੀ ਚਾਹੀਦੀ ਹੈ। ਅਸੀਂ ਬਾਇਲਿੰਗੁਅਲ ਕੰਟਰੀ 'ਚ ਰਹਿੰਦੇ ਹਾਂ। ਮੈਂ ਇਸ ਚੀਜ਼ ਨੂੰ ਬਹੁਤ ਐਮਫਸਾਈਜ਼ ਕਰਦੀ ਹਾਂ। ਅਸੀਂ ਸਾਡੇ ਬੱਚੇ ਗ੍ਰੇਡ 6-7 'ਚ ਫ੍ਰੈਂਚ 'ਚ ਇੰਟਰਸਟ ਛੱਡ ਦਿੰਦੇ ਨੇ। ਤੇ ਇੱਕ ਬੱਚਾ ਜਿੰਨੀਆਂ ਲੈਂਗੁਏਜਸ ਪਿਕਅਪ ਕਰ ਸਕਦਾ ਹੈ, ਦੇਰ ਇਜ਼ ਨੋ ਐਂਡ ਟੂ ਇਟ। ਐਂਡ ਆਈ ਥਿੰਕ ਇਸ ਚੀਜ਼ ਵੱਲੋਂ ਸਾਨੂੰ ਆਪਣੇ ਬੱਚਿਆਂ ਨੂੰ ਥੋੜ੍ਹਾ ਇੰਪਾਵਰ ਕਰਨਾ ਚਾਹੀਦਾ। ਇੱਕ ਇਹ ਤੇ ਲੈਂਗੁਏਜ ਸਕਿੱਲਸ ਆਫ ਕੋਰਸ, ਤੇ ਇੱਕ ਥੋੜ੍ਹਾ ਜਿਹਾ ਉਹਨਾਂ ਦਾ ਜਿਹੜਾ ਗੈਜਟਸ ਵੱਲ ਰੁਝਾਨ ਹੈ ਉਹਨੂੰ ਥੋੜ੍ਹਾ ਜਿਹਾ ਆਪਾਂ ਸਾਰੇ ਰਲ ਮਿਲ ਕੇ ਉਸ ਚੀਜ਼ ਵੱਲ ਕੰਮ ਕਰ ਸਕਦੇ ਹਾਂ। ਉਹ ਠੀਕ ਹੈ ਕਿ ਮੈਨੂੰ ਪਤਾ ਹੈ ਕਿ ਸਾਡੀ ਬੜੀ ਬਿਜ਼ੀ ਲਾਈਫ ਹੈ, ਸਾਡੇ ਤੇ ਡਿਮਾਂਡਸ ਬਹੁਤ ਨੇ, ਸਾਡੀਆਂ ਰਿਸਪੌਂਸਿਬਿਲਿਟੀਜ਼ ਬਹੁਤ ਨੇ। ਪਰ ਜਿਹੜੀ ਅਗਲੀ ਜਨਰੇਸ਼ਨ ਨੂੰ ਤਿਆਰ ਕਰਨਾ, ਜੋ ਅੱਜ ਅਸੀਂ ਦੁਨੀਆ 'ਚ ਦੇਖ ਰਹੇ ਹਾਂ, ਅਸੀਂ ਨਹੀਂ ਚਾਹੁੰਦੇ ਵੀ ਇਹ ਦੁਨੀਆ ਸਾਡੇ ਬੱਚਿਆਂ ਲਈ ਇੱਦਾਂ ਦੀ ਦੁਨੀਆ ਹੋਵੇ। ਮੈਨੂੰ ਲੱਗਦਾ ਹੈ ਕਿ ਥੋੜ੍ਹਾ ਜਿਹਾ ਵੀ ਸ਼ੁੱਡ ਐਟਲੀਸਟ ਟਰਾਈ ਫॉर ਅ ਬੈਟਰ ਵਰਲਡ ਫॉर ਆवर ਚਿਲਡਰਨ। ਹਾਂਜੀ, ਤੇ ਜਦੋਂ ਵੀ ਮੈਂ ਸਤਿੰਦਰ ਹੋਰਾਂ ਨੂੰ ਮਿਲਦੀ ਹਾਂ, ਮੈਨੂੰ ਇਹਨਾਂ ਦੀ ਲਿਖਾਈ ਦੀਆਂ, ਇਹਨਾਂ ਦੀ ਜਿਵੇਂ ਗੱਲਬਾਤ ਦਾ ਤਰੀਕਾ, ਜੋ ਇਹਨਾਂ ਦਾ ਪੈਸ਼ਨ ਹੈਗਾ ਐਜ਼ ਅ ਐਜੂਕੇਟਰ, ਕਿ ਇਹ ਹਾਲੇ ਵੀ ਸੋਚਦੇ ਨੇ ਕਿ ਬਹੁਤ ਬੱਚਿਆਂ ਦੀਆਂ ਜ਼ਿੰਦਗੀਆਂ ਦੇ ਵਿੱਚ ਇਹ ਡਿਫਰੈਂਸ ਪੈਦਾ ਕਰ ਸਕਦੇ ਨੇ। ਸੋ ਇਹ ਜ਼ਰੂਰ ਇੱਥੇ ਤੁਹਾਡੀ ਕੋਈ ਪਲੈਨਿੰਗ ਹੈਗੀ ਹੈ ਕੋਈ ਕੋਚਿੰਗ ਸੈਂਟਰ ਖੋਲ੍ਹਣ ਦੀ? Not really. I'm an educator. I'm working with a private school at this time, and it's a great institution. But at the same time, I'm also committed to helping children. ਤੇ ਕਿਸੇ ਬੱਚੇ ਨੂੰ ਕਿਸੇ ਵੀ ਤਰ੍ਹਾਂ ਦੀ, ਕਿਸੇ ਪੇਰੈਂਟ ਨੂੰ ਕੋਈ ਹੈਲਪ ਦੀ ਲੋੜ ਹੈ ਜਾਂ ਕਿਸੇ ਤਰ੍ਹਾਂ ਦੀ ਅਸਿਸਟੈਂਸ ਚਾਹੀਦੀ ਹੈ, I'm always there for children. ਮੇਰਾ ਬੱਚਿਆਂ ਦੇ ਨਾਲ ਕੰਮ ਕਰਨਾ ਮੇਰਾ ਇੱਕ ਪੈਸ਼ਨ ਹੈ। ਹਾਂਜੀ, ਪਰ ਅਸੀਂ ਜ਼ਰੂਰ ਚਾਹਾਂਗੇ ਕਿ ਤੁਸੀਂ ਇਹ ਜਿਹੜੀ ਤੁਹਾਡੇ ਕੋਲ ਲਿਆਕਤ ਹੈਗੀ, ਹਰ ਇੱਕ ਕੋਲ ਨਹੀਂ ਹੁੰਦੀ ਹੈਗੀ, ਜਿਹੜਾ ਤੁਹਾਡਾ ਪੈਸ਼ਨ ਹੈ, ਜਿਵੇਂ ਤੁਸੀਂ ਇਨਵੋਲਵ ਕਨੈਕਟ ਹੋ ਕੇ ਬੱਚਿਆਂ ਨੂੰ ਉਹਨਾਂ ਨੂੰ ਅੱਗੇ ਵਧਾਉਂਦੇ ਹੋ, ਇਹ ਜ਼ਰੂਰ ਤੁਸੀਂ ਆਪਣਾ ਜਾਗਰੂਕ ਰੱਖੋ। ਜਿਵੇਂ ਤੁਸੀਂ ਮੱਲਾਂ ਇੰਡੀਆ 'ਚ ਮਾਰੀਆਂ ਨੇ, ਅਸੀਂ ਚਾਹਾਂਗੇ ਕਿ ਤੁਸੀਂ ਆਉਂਦੇ ਦਿਨਾਂ ਵਿੱਚ ਕੈਨੇਡਾ ਦੇ ਵਿੱਚ ਵੀ ਐਜ਼ ਅ ਗਿੱਲ ਮੈਮ ਨੋਨ ਹੋ ਜੋ, ਹੈ ਨਾ। ਸੋ ਹੁਣ ਇੱਥੇ ਹੀ ਸਾਡਾ ਪ੍ਰੋਗਰਾਮ ਸਮਾਪਤ ਹੁੰਦਾ ਹੈ, ਤੇ ਆਸ ਕਰਦੇ ਹਾਂ ਕਿ ਅੱਜ ਦੇ ਸਾਡੇ ਗੈਸਟ ਤੋਂ ਤੁਸੀਂ ਜ਼ਰੂਰ ਪ੍ਰਭਾਵਿਤ ਹੋਏ ਹੋਵੋਗੇ। ਸਾਰੇ ਹੀ ਦਰਸ਼ਕਾਂ ਨੂੰ, ਸਫਰ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਰੱਬ ਰਾਖਾ।